ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਇਸ ਵੀਡੀਓ ਦੇ ਵਿੱਚ ਆਪਾਂ MCQs ਕਰਨੇ ਨੇ 16 ਅਗਸਤ ਤੋਂ ਲੈ ਕੇ 25 ਅਗਸਤ ਤੱਕ ਦੇ। 15 ਅਗਸਤ ਤੱਕ ਦੀ ਜਿਹੜੀ ਕਰੰਟ ਅਫੇਅਰਸ ਦੀਆਂ ਵੀਡੀਓਜ਼ ਨੇ ਉਹ ਚੈਨਲ ਦੇ ਉੱਤੇ ਅਪਲੋਡਡ ਨੇ, ਉਹ ਤੁਸੀਂ ਦੇਖ ਸਕਦੇ ਹੋ। ਉੱਥੇ ਵਿਜ਼ਿਟ ਕਰ ਲਿਓ ਜ਼ਰੂਰ, ਉਹਨਾਂ ਨੂੰ ਚੈੱਕਆਊਟ ਇੱਕ ਵਾਰ ਜ਼ਰੂਰ ਕਰ ਲਿਓ। 16 ਤੋਂ ਲੈ ਕੇ 25 ਤੱਕ ਦੇ ਜਿਹੜੇ ਇੰਪੋਰਟੈਂਟ ਨਿਊਜ਼ ਨੇ ਉਹ ਆਪਾਂ MCQ ਫਾਰਮ ਦੇ ਵਿੱਚ ਇਸ ਵੀਡੀਓ ਦੇ ਵਿੱਚ ਕਵਰ ਕਰ ਦਾਂਗੇ, ਠੀਕ ਹੈ। ਐਂਡ ਦੈਨ ਉਸ ਤੋਂ ਬਾਅਦ ਤੁਹਾਨੂੰ ਡੇਲੀ ਵਾਈਜ਼ ਕਰੰਟ ਅਫੇਅਰਸ ਮਿਲ ਜਾ ਕਰਨਗੇ, ਠੀਕ ਹੈ। ਟਾਈਮ ਆਪਾਂ ਨਹੀਂ ਖਰਾਬ ਕਰਦੇ ਤਾਂ ਆਪਾਂ ਸ਼ੁਰੂ ਕਰਦੇ ਹਾਂ ਪਹਿਲੀ ਨਿਊਜ਼ ਤੋਂ। ਫਸਟ ਆਪਣਾ ਜਿਹੜਾ MCQ ਹੈ ਉਹ ਕੀ ਹੈ, ਕਹਿੰਦੇ ਕਿਹੜੇ ਪਹਿਲੇ ਨੌਨ ਕਾਂਗਰਸ PM ਬਣ ਗਏ ਨੇ ਜਿਨ੍ਹਾਂ ਨੇ ਮੈਕਸਿਮਮ ਟਾਈਮ ਤਿਰੰਗਾ ਝੰਡਾ ਫਹਿਰਾਇਆ ਰੈੱਡ ਫੋਰਟ ਦੇ ਉੱਤੇ। ਹੂ ਇਜ਼ ਦੀ ਫਸਟ ਨੌਨ ਕਾਂਗਰਸ PM ਟੂ ਹੋਇਸ ਦੀ ਮੈਕਸਿਮਮ ਟਾਈਮ ਦੀ ਟ੍ਰੀ ਕਲਰ ਔਨ ਦੀ ਰੈੱਡ ਫੋਰਟ। ਆਪਸ਼ਨ A ਅਟਲ ਬਿਹਾਰੀ ਵਾਜਪਾਈ, ਆਪਸ਼ਨ B ਨਰਿੰਦਰ ਮੋਦੀ, ਆਪਸ਼ਨ C ਲਾਲ ਬਹਾਦਰ ਸ਼ਾਸਤਰੀ ਐਂਡ ਆਪਸ਼ਨ D ਨਨ ਆਫ ਦੀਸ। ਇਹਦਾ ਜਿਹੜਾ ਕਰੈਕਟ ਆਨਸਰ ਹੈ ਜੀ ਨਰਿੰਦਰ ਮੋਦੀ ਹੈ। ਨਰਿੰਦਰ ਮੋਦੀ ਸਾਹਿਬ ਇਹੋ ਜਿਹੇ ਪਹਿਲੇ ਨੌਨ ਕਾਂਗਰਸ PM ਹੋਏ ਨੇ ਜਿਨ੍ਹਾਂ ਨੇ ਮੈਕਸੀਮਮ ਟਾਈਮ ਜਿਹੜਾ ਟ੍ਰੀ ਕਲਰ ਹੈ ਰੈੱਡ ਫੋਰਟ ਦੇ ਉੱਤੇ ਫਹਿਰਾਇਆ। ਕਿੰਨੇ ਟਾਈਮ ਫਹਿਰਾਇਆ ਜੀ? 7 ਟਾਈਮ, 7 ਟਾਈਮਸ। ਹੁਣ 7ਵੀਂ ਵਾਰ ਫਹਿਰਾਇਆ। ਇਸ ਵਾਰ ਜਿਹੜਾ ਆਪਣਾ 15 ਅਗਸਤ 2020 ਨੂੰ ਇੰਡੀਪੈਂਡੈਂਸ ਡੇ ਸੀ ਤਾਂ ਉਹ ਆਪਣਾ 74ਵਾਂ ਇੰਡੀਪੈਂਡੈਂਸ ਡੇ ਸੀ। ਇਹ ਵੀ ਤੁਸੀਂ ਨੋਟ ਰੱਖਿਓ, ਠੀਕ ਹੈ। 74th ਸੀਗਾ। ਅੱਛਾ, ਆਪਾਂ ਇਹਦੀ ਗੱਲ ਕੀਤੀ ਹੈਗੀ ਕਿ ਇਹਨਾਂ ਨੇ ਮੈਕਸੀਮਮ ਟਾਈਮ ਫਹਿਰਾਇਆ ਹੈ ਨਾ 7 ਟਾਈਮ ਤੱਕ। ਇਹ ਤੁਸੀਂ ਯਾਦ ਰੱਖਣਾ। ਇਹ ਪਹਿਲੇ ਨੌਨ ਕਾਂਗਰਸ PM ਹੋਏ ਨੇ, ਠੀਕ ਹੈ। ਇਹ ਮੋਸਟ ਇੰਪੋਰਟੈਂਟ ਕੁਐਸਚਨ ਇੱਥੋਂ ਹੀ ਬਣਦਾ ਕਿ ਪਹਿਲੇ ਨੌਨ ਕਾਂਗਰਸ ਨੇ। ਅੱਛਾ, ਆਪਣਾ ਇਹਨਾਂ ਦਾ 4th ਜਿਹੜਾ ਲੌਂਗੈਸਟ ਟੈਨਿਓਰ ਹੈ, ਇੱਕ ਪੁਆਇੰਟ ਇਹਨਾਂ ਤੋਂ ਯਾਦ ਰੱਖਿਓ। ਮਤਲਬ ਚੌਥੇ ਇਹੋ ਜਿਹੇ PM ਨੇ ਜਿਨ੍ਹਾਂ ਦਾ 4th ਨੰਬਰ ਦੇ ਉੱਤੇ ਟਾਈਮ ਪੀਰੀਅਡ ਆਉਂਦਾ ਜਿਹੜਾ ਕਿ ਲੌਂਗੈਸਟ ਹੈ। ਪਹਿਲੇ ਨੰਬਰ ਦੇ ਉੱਤੇ ਜਵਾਹਰ ਲਾਲ ਨਹਿਰੂ ਨੇ, ਇਹ ਯਾਦ ਰੱਖ ਲਿਓ। ਸੈਕਿੰਡ ਦੇ ਉੱਤੇ ਇੰਦਰਾ ਗਾਂਧੀ ਨੇ, ਥਰਡ ਦੇ ਉੱਤੇ ਮਨਮੋਹਨ ਸਿੰਘ ਨੇ, ਅਤੇ ਚੌਥੇ ਦੇ ਉੱਤੇ ਨਰਿੰਦਰ ਮੋਦੀ ਨੇ। ਐਂਡ ਮੂਵਿੰਗ ਔਨ ਹੈ, ਇਹਨਾਂ ਨੂੰ ਵੀ ਕ੍ਰੋਸ ਕਰ ਸਕਦੇ ਨੇ ਜੇ ਅੱਗੇ ਫਰਦਰ ਬਣਦੇ ਰਹੇ ਤਾਂ, ਠੀਕ ਹੈ। ਇੰਨੀ ਕੁ ਇਨਫੋਰਮੇਸ਼ਨ ਤੁਸੀਂ ਇਹ ਤੋਂ ਯਾਦ ਰੱਖਿਓ। ਹੁਣ ਗੱਲ ਕਰਦੇ ਹਾਂ ਜੇ ਆਪਾਂ 15 ਅਗਸਤ ਦੀ। 15 ਅਗਸਤ ਤੋਂ ਕੁਛ ਕੁ ਪੁਆਇੰਟ ਲਿੰਕ ਕਰਦੇ ਹਾਂ ਆਪਾਂ। ਇਹਦੇ ਨਾਲ ਰਿਲੇਟਡ ਹੋਰ ਨਿਊਜ਼ ਮੈਂ ਇਹਦੇ 'ਚ ਹੀ ਕਵਰ ਕਰ ਦੇਣੀ। ਅਲੱਗ-ਅਲੱਗ MCQs ਬਣਾਏ ਤਾਂ ਉਹਦਾ ਕੋਈ ਮਤਲਬ ਨਹੀਂ ਸੀਗਾ। 15 ਅਗਸਤ ਵਾਲੇ ਦਿਨ ਹੀ MS ਧੋਨੀ ਅਤੇ ਸੁਰੇਸ਼ ਰੈਨਾ ਇਹਨਾਂ ਦੋਨਾਂ ਨੇ ਕੀ ਹੈ ਆਪਣੀ ਜਿਹੜੀ ਰਿਟਾਇਰਮੈਂਟ ਹੈ ਇੰਟਰਨੈਸ਼ਨਲ ਕ੍ਰਿਕਟ ਤੋਂ ਉਹਦੀ ਘੋਸ਼ਣਾ ਕੀਤੀ ਹੈ, ਠੀਕ ਹੈ। ਇਹ ਪੁਆਇੰਟ ਯਾਦ ਰੱਖਿਓ। ਜੇ ਮਹਿੰਦਰ ਸਿੰਘ ਧੋਨੀ ਦੀ ਜੇ ਮੈਂ ਗੱਲ ਕਰਾਂ, ਸਿਰਫ ਧੋਨੀ ਦੀ ਗੱਲ ਕਰ ਰਹੇ ਹਾਂ ਆਪਾਂ ਹਾਲੇ ਫਿਲਹਾਲ। ਇਹਨਾਂ ਨੇ ICC ਦੇ ਤਿੰਨੇ ਟਰੋਫੀ ਜਿੱਤਣ ਵਾਲੇ ਇਹ ਪਹਿਲੇ ਕਪਤਾਨ ਸੀਗੇ, ਠੀਕ ਹੈ। ਕੋਈ ਵੀ ਪੁਆਇੰਟ ਹੁਣ ਮੈਂ ਰਿਪੀਟ ਨਹੀਂ ਕਰੂੰਗੀ ਬਿਕੋਜ਼ ਆਪਾਂ ਬਹੁਤ ਸਾਰਾ ਕੰਟੈਂਟ ਇਸ ਵੀਡੀਓ ਦੇ ਵਿੱਚ ਕਵਰ ਕਰਨਾ ਹੈ। ਤਾਂ ਪਲੀਜ਼ ਚਾਹੇ ਵੀਡੀਓ ਨੂੰ ਪੌਜ਼ ਕਰਕੇ ਹੌਲੀ ਹੌਲੀ ਨੋਟ ਕਰ ਲਿਓ, ਜਿੱਦਾਂ ਵੀ ਕਰ ਲਿਓ। ਰੈਪੀਟੀਸ਼ਨ ਇਹਦੇ ਵਿੱਚ ਨਹੀਂ ਹੋਊਗੀ, ਸਿਰਫ ਇਸ ਵੀਡੀਓ ਦੇ ਵਿੱਚ, ਠੀਕ ਹੈ। 2007 ਦੇ T20 ਜਿਹੜਾ ਵਰਲਡ ਕੱਪ ਸੀਗਾ ਉਹ ਵੀ ਇਹਨਾਂ ਨੇ ਹੀ ਜਿਤਾਇਆ ਸੀ। 2011 ਦਾ ਵਨਡੇ ਵਰਲਡ ਕੱਪ ਸੀ ਜਿਹੜਾ ਉਹ ਵੀ ਇਹਨਾਂ ਨੇ ਹੀ ਜਿਤਾਇਆ ਸੀਗਾ। 2013 ਦੀ ਜਿਹੜੀ ਚੈਂਪੀਅਨਸ ਟਰੋਫੀ ਸੀ ਉਹ ਵੀ ਇਹਨਾਂ ਨੇ ਜਿਤਾਈ ਸੀ। ਚੇਨਈ ਸੁਪਰ ਕਿੰਗ ਨੂੰ ਇਹਨਾਂ ਨੇ 3 ਵਾਰ ਕੀ ਹੈ IPL ਦਾ ਖਿਤਾਬ ਜਿਤਾਇਆ। ਇਹ ਸਾਰੇ ਪੁਆਇੰਟ ਯਾਦ ਰੱਖਿਓ, ਠੀਕ ਹੈ। ਇਸ ਤੋਂ ਇਲਾਵਾ ਇਹਨਾਂ ਨੇ 10,773 ਰਨ ਬਣਾਏ ਸੀਗੇ 350 ਵਨਡੇ ਮੈਚਸ ਦੇ ਵਿੱਚ, ਠੀਕ ਹੈ। ਅਤੇ 90 ਟੈਸਟ ਮੈਚਸ ਦੇ ਵਿੱਚ ਇਹਨਾਂ ਨੇ 4,876 ਰਨ ਬਣਾਏ। ਦੈਨ 98 T20 ਮੈਚਸ ਦੇ ਵਿੱਚ 98 T20 ਮੈਚਸ ਦੇ ਵਿੱਚ ਇਹਨਾਂ ਨੇ 1,617 ਰਨ ਬਣਾਏ। ਇੰਨੀ ਕੁ ਇਨਫੋਰਮੇਸ਼ਨ ਤੁਸੀਂ ਮਹਿੰਦਰ ਸਿੰਘ ਧੋਨੀ ਤੋਂ ਯਾਦ ਰੱਖਣੀ ਹੈ। ਜੇ ਗੱਲ ਕਰੀਏ ਸੁਰੇਸ਼ ਰੈਨਾ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ 19 ਟੈਸਟ ਮੈਚਸ ਦੇ ਵਿੱਚ ਜਿਹੜੇ 778 ਰਨ ਬਣਾਏ ਸੀ, ਠੀਕ ਹੈ। ਅਤੇ 226 ODI ਮੈਚਸ ਦੇ ਵਿੱਚ 5,615 ਰਨ ਬਣਾਏ ਸੀ। ਅਤੇ 78 T20 ਮੈਚਸ ਦੇ ਵਿੱਚ 1,605 ਰਨ ਬਣਾਏ। ਇੰਨੀ ਕੁ ਇਨਫੋਰਮੇਸ਼ਨ ਤੁਸੀਂ ਇਹਨਾਂ ਦੋਨਾਂ ਤੋਂ ਕੀ ਹੈ ਯਾਦ ਰੱਖਣੀ ਹੈ। ਇਸ ਤੋਂ ਇਲਾਵਾ 15 ਅਗਸਤ ਨੂੰ ਹੋਰ ਕੀ ਯਾਦ ਰੱਖਣਾ ਤੁਸੀਂ? 15 ਅਗਸਤ 2020 ਨੂੰ ਹੀ ਡੀ ਐਡਿਕਸ਼ਨ ਕੈਂਪੇਨ ਸਟਾਰਟ ਕੀਤਾ ਗਿਆ। ਡੀ ਐਡਿਕਸ਼ਨ ਕੈਂਪੇਨ ਅਭਿਆਨ ਚਲਾਇਆ ਗਿਆ। ਇਹ ਕਿਹੜਾ? ਇਹ ਨਸ਼ਾ ਮੁਕਤੀ ਅਭਿਆਨ ਹੈ। ਇਹ ਨਸ਼ੇ ਤੋਂ ਛੁਟਕਾਰਾ ਦਿਵਾਉਣ ਲਈ ਹੈ ਨਾ, ਨਸ਼ਿਆਂ ਦੀ ਜਿਹੜੀਆਂ ਆਪਣੇ ਡਿਸਐਡਵਾਂਟੇਜਸ ਹੁੰਦੀਆਂ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਲਈ, ਅਵੇਅਰਨੈਸ ਫੈਲਾਉਣ ਲਈ ਅਤੇ ਨਸ਼ੇ ਨੂੰ ਰੋਕਣ ਦੇ ਲਈ ਜਿਹੜਾ ਇਹ ਅਭਿਆਨ ਹੈ ਚਲਾਇਆ ਗਿਆ। ਇਸ ਤੋਂ ਇਲਾਵਾ ਰਾਮਨਾਥ ਕੋਵਿੰਦ ਜੀ ਆਪਣੇ ਪ੍ਰੈਜ਼ੀਡੈਂਟ ਸਾਹਿਬ, ਇਹਨਾਂ ਨੇ ਅਨਾਊਂਸ ਕੀਤਾ ਕਿ 84 ਗੈਲੈਂਡਰੀ ਅਵਾਰਡਸ ਦਿੱਤੇ ਜਾਣਗੇ। ਗੈਲੈਂਡਰੀ ਅਵਾਰਡਸ 84 ਨੰਬਰ ਯਾਦ ਰੱਖਣਾ ਇੱਥੇ, 84 ਇੰਪੋਰਟੈਂਟ ਹੈ। ਕਿਹਨਾਂ ਨੂੰ ਦਿੱਤੇ ਜਾਣਗੇ? ਡਿਫੈਂਸ
ਪਰਸੋਨਲ ਦਾ ਮਤਲਬ ਇੰਪਲੋਈਜ਼ ਹੀ ਹੁੰਦਾ। ਡਿਫੈਂਸ ਹੋ ਜਾਂਦਾ ਜਿਵੇਂ ਆਪਾਂ ਕਹਿੰਦੇ ਹਾਂ ਡਿਫੈਂਸ ਰੱਖਾਵ ਕਰਨ ਦੇ ਖੇਤਰ ਦੇ ਵਿੱਚ, ਲਾਈਕ ਪੁਲਿਸ ਹੈ ਜਿੱਦਾਂ ਆਪਣਾ ਧਿਆਨ ਰੱਖਦੀ ਹੈ ਲਾਈਕ ਉੱਦਾਂ, ਠੀਕ ਹੈ। ਤਾਂ ਡਿਫੈਂਸ ਪਰਸੋਨਲਸ ਨੂੰ 84 ਗੈਲੈਂਡਰੀ ਅਵਾਰਡਸ ਦਿੱਤੇ ਜਾਣਗੇ, ਇਹਦੀ ਅਨਾਊਂਸਮੈਂਟ ਕੀਤੀ ਹੈ। ਅਤੇ ਇਹਦੇ ਵਿੱਚ ਜਿਹੜੇ ਸਭ ਤੋਂ ਵੱਧ ਜਿਹੜੇ ਅਵਾਰਡਸ ਨੇ ਜੰਮੂ ਐਂਡ ਕਸ਼ਮੀਰ ਦੀ ਪੁਲਿਸ ਨੂੰ ਮਿਲੇ ਆ, ਠੀਕ ਹੈ ਜੀ। ਸੈਕਿੰਡ ਨੰਬਰ ਦੇ ਉੱਤੇ CRPF ਨੂੰ ਹੈ ਅਤੇ ਤੀਜੇ ਨੰਬਰ ਦੇ ਉੱਤੇ UP ਪੁਲਿਸ ਨੂੰ। ਕਲੀਅਰ ਹੈ, ਇੰਨੀ ਕੁ ਇਨਫੋਰਮੇਸ਼ਨ ਜਿਹੜੀ ਤੁਸੀਂ ਇਹਦੇ ਤੋਂ ਯਾਦ ਰੱਖਣੀ ਹੈ। ਹਾਂਜੀ, ਅਗਲੀ ਨਿਊਜ਼ ਦੇ ਉੱਤੇ ਆਪਾਂ ਮੂਵ ਔਨ ਕਰਦੇ ਹਾਂ। Who has topped the list of best central universities recently released by Ministry of Education? ਕਹਿੰਦੇ ਕਿਹਨੇ ਟੌਪ ਕੀਤਾ ਹੈ ਇਸ ਲਿਸਟ ਦੇ ਵਿੱਚ, ਕਿਸ ਲਿਸਟ ਦੇ ਵਿੱਚ? ਬੈਸਟ ਸੈਂਟਰਲ ਯੂਨੀਵਰਸਿਟੀ ਦੀ ਲਿਸਟ ਜਿਹੜੀ ਕਿ ਰਿਲੀਜ਼ ਕੀਤੀ ਹੈ ਮਿਨਿਸਟਰੀ ਆਫ ਐਜੂਕੇਸ਼ਨ ਨੇ। ਬੈਸਟ ਸੈਂਟਰਲ ਯੂਨੀਵਰਸਿਟੀ ਕਿਹੜੀ ਹੈ, ਕੁੱਲ ਮਿਲਾ ਕੇ ਟੌਪ 'ਤੇ ਕੌਣ ਹੈ, ਬਸ ਇਹ ਪੁੱਛਿਆ ਗਿਆ ਆਪਾਂ ਨੂੰ, ਠੀਕ ਹੈ। ਆਪਸ਼ਨ A ਕੀ ਹੈ? ਰਾਜੀਵ ਗਾਂਧੀ ਯੂਨੀਵਰਸਿਟੀ। ਆਪਸ਼ਨ B ਕੀ ਹੈ? ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ। ਆਪਸ਼ਨ C ਹੈ ਬਨਾਰਸ ਹਿੰਦੂ ਯੂਨੀਵਰਸਿਟੀ ਐਂਡ ਆਪਸ਼ਨ D ਇਜ਼ ਨਨ ਆਫ ਦੀਜ਼। ਤਾਂ ਇਹਦਾ ਕਰੈਕਟ ਆਨਸਰ ਹੈਗਾ ਜੀ ਆਪਸ਼ਨ ਨੰਬਰ B, ਦੈਟ ਇਜ਼ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ। ਇਹਨੇ ਕੀਤਾ ਹੈ ਟੌਪ, ਠੀਕ ਹੈ। ਇਹਨੇ 90% ਨੇ ਜਿਹੜੇ ਸਟੈਂਡਰਡਸ ਫੋਲੋ ਕੀਤੇ ਨੇ। ਜਿਹੜੀ ਮਿਨਿਸਟਰੀ ਆਫ ਐਜੂਕੇਸ਼ਨ ਹੈ ਨਾ, ਇੱਕ ਸਟੈਂਡਰਡਸ ਫਿਕਸ ਕਰਦੀ ਹੈ ਕਿ ਆਵਲੇ ਸਟੈਂਡਰਡਸ ਉੱਤੇ ਖਰਾ ਉਤਰਨਾ, ਜਿਹੜੀ ਕਿ ਮਤਲਬ ਯੂਨੀਵਰਸਿਟੀਜ਼ ਨੇ। ਤਾਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਹੈ ਜਿਹੜੀ, ਇਹਨੇ 90% ਜਿਹੜੇ ਸਟੈਂਡਰਡਸ ਨੇ ਉਹ ਫੋਲੋ ਕੀਤੇ ਨੇ। ਸੈਕਿੰਡ ਨੰਬਰ ਦੇ ਉੱਤੇ ਹੈਗੀ ਹੈ ਰਾਜੀਵ ਗਾਂਧੀ ਯੂਨੀਵਰਸਿਟੀ, ਠੀਕ ਹੈ, ਅਰੁਣਾਚਲ ਪ੍ਰਦੇਸ਼ 'ਚ, ਅਤੇ 83% ਜਿਹੜੇ ਨੇ ਕੀ ਨੇ ਸਟੈਂਡਰਡਸ ਨੂੰ ਫੋਲੋ ਕੀਤਾ ਹੈ। ਥਰਡ ਨੰਬਰ ਦੇ ਉੱਤੇ ਹੈ ਜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ ਜਿਹੜੀ ਦਿੱਲੀ ਦੇ ਵਿੱਚ, 82% ਜਿਹੜੇ ਨੇ ਆਪਣੇ ਸਟੈਂਡਰਡਸ ਨੇ ਉਹਨੂੰ ਕੀ ਹੈ ਫੋਲੋ ਕੀਤਾ ਹੈ। ਇਹ ਤੁਸੀਂ ਇਹਦੇ ਤੋਂ ਯਾਦ ਰੱਖਣਾ। ਹਾਂਜੀ, ਅਗਲੀ 'ਤੇ ਚੱਲਦੇ ਹਾਂ। ਹੂ ਰੀਸੈਂਟਲੀ ਅਨਾਊਂਸਡ ਪ੍ਰੋਜੈਕਟ ਡੋਲਫਿਨ? ਕਿਹਨੇ ਰੀਸੈਂਟਲੀ ਅਨਾਊਂਸ ਕੀਤਾ ਪ੍ਰੋਜੈਕਟ ਡੋਲਫਿਨ? ਆਪਸ਼ਨ A ਨਰਿੰਦਰ ਮੋਦੀ, ਆਪਸ਼ਨ B ਸਮ੍ਰਿਤੀ ਇਰਾਨੀ, ਆਪਸ਼ਨ C ਗਜੇਂਦਰ ਸਿੰਘ ਸ਼ੇਖਾਵਤ ਐਂਡ ਆਪਸ਼ਨ D ਨਿਤਿਨ ਗਡਕਰੀ। ਇਹਦਾ ਕਰੈਕਟ ਆਨਸਰ ਹੈ ਜੀ ਨਰਿੰਦਰ ਮੋਦੀ। ਨਰਿੰਦਰ ਮੋਦੀ ਜੀ ਨੇ ਰੀਸੈਂਟਲੀ ਅਨਾਊਂਸ ਕੀਤਾ ਪ੍ਰੋਜੈਕਟ ਡੋਲਫਿਨ। ਇਹ ਕਿਸ ਚੀਜ਼ ਦੇ ਲਈ ਹੈ? ਡੋਲਫਿਨ ਦੀ ਜਿਹੜੀ ਸੰਖਿਆ ਆਪਾਂ ਨੂੰ ਪਤਾ ਘੱਟ ਹੈ, ਉਹਨਾਂ ਦੇ ਬਚਾਅ ਲਈ, ਸ਼ਿਕਾਰ ਤੋਂ ਉਹਨਾਂ ਨੂੰ ਰੋਕਣ ਦੇ ਲਈ, ਟੇਕ ਕੇਅਰ ਲਈ ਉਹਨਾਂ ਦੇ। ਇਸ ਤੋਂ ਇਲਾਵਾ ਮੈਡੀਕਲ ਜਿਹੜੀਆਂ ਫੈਸਿਲਿਟੀਜ਼ ਹੈ ਉਹ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਇਹਨਾਂ ਦੇ ਲਈ, ਡੋਲਫਿਨਸ ਦੇ ਲਈ, ਠੀਕ ਹੈ। ਇਹਦੇ ਕਰਕੇ ਜਿਹੜਾ ਇਹ ਮਤਲਬ ਇਹ ਪ੍ਰੋਜੈਕਟ ਹੈ ਲਾਂਚ ਕੀਤਾ ਗਿਆ, ਠੀਕ ਹੈ। ਹੁਣ ਜਿਹੜਾ ਡੋਲਫਿਨ ਹੈ ਆਪਾਂ ਨੂੰ ਪਤਾ ਆਪਣੇ ਇੰਡੀਆ ਦੇ ਨੈਸ਼ਨਲ ਐਕਿਊਟਿਕ ਐਨੀਮਲ ਹੈ ਡੋਲਫਿਨ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਹੁਣ ਆਪਾਂ ਕੀਤਾ ਨਾ ਕਿ ਨਰਿੰਦਰ ਮੋਦੀ ਜੀ ਨੇ ਅਨਾਊਂਸ ਕੀਤਾ, ਇਸੇ ਪੁਆਇੰਟ ਨੂੰ ਚੱਕ ਕੇ ਮੈਂ ਤੁਹਾਨੂੰ 2 ਹੋਰ ਨਿਊਜ਼ ਕਰਾਉਣੀ ਹੈ, ਇਹਦੇ ਵਿੱਚ ਹੀ ਕਵਰ ਕਰ ਲਿਓ, ਠੀਕ ਹੈ, ਕਿ ਇਹਨਾਂ ਨੇ ਹੋਰ ਕੀ ਅਨਾਊਂਸ ਕੀਤਾ। ਇਹਦੇ ਨਾਲ ਦੇਖੋ ਆਪਾਂ ਪਹਿਲਾਂ ਤਾਂ ਅਲੱਗ-ਅਲੱਗ ਡੇਜ਼ ਦੀ ਨਿਊਜ਼ ਕਰਕੇ ਪਿਛਲੇ ਨਾਲ ਲਿੰਕ ਕਰਦੇ ਸੀ। ਇਸ ਵੀਡੀਓ ਦੇ ਵਿੱਚ ਮੈਂ ਇਸ ਤਰੀਕੇ ਨਾਲ MCQs ਬਣਾਏ ਨੇ ਕਿ ਮੈਂ ਇੱਕ ਚੱਕ ਕੇ ਤਾਂ ਉਹਦੇ ਨਾਲ ਹੀ ਲਿੰਕ ਕਰਕੇ ਤੁਹਾਨੂੰ ਇੱਥੇ ਨਿਊਜ਼ ਕਰਾ ਦੂੰਗੀ, ਕਿ ਤੁਹਾਨੂੰ ਅਲੱਗ-ਅਲੱਗ ਪੇਜ ਦੇ ਉੱਤੇ ਦੇਖਣਾ ਨਹੀਂ ਪਊਗਾ ਕਿ ਸਾਡੀ ਨਿਊਜ਼ ਕਿੱਥੇ ਪਈ ਹੈ, ਹੈ ਨਾ। ਤਾਂ ਨਰਿੰਦਰ ਮੋਦੀ ਜੀ ਨੇ ਹੋਰ ਕਿਸ ਚੀਜ਼ ਦੀ ਅਨਾਊਂਸਮੈਂਟ ਕੀਤੀ ਹੈ? ਪ੍ਰੋਜੈਕਟ ਅਲੋਇਨ। ਪ੍ਰੋਜੈਕਟ ਅਲੋਇਨ ਵੀ ਨਰਿੰਦਰ ਮੋਦੀ ਜੀ ਨੇ ਅਨਾਊਂਸਮੈਂਟ ਕੀਤੀ ਹੈ ਰੀਸੈਂਟਲੀ। ਹੁਣ ਦੇਖੋ ਜਿੱਦਾਂ ਇਹ ਡੋਲਫਿਨ ਦੇ ਰੱਖ ਰਖਾਵ ਲਈ ਹੈ, ਤਾਂ ਪ੍ਰੋਜੈਕਟ ਅਲੋਇਨ ਹੈ ਜਿਹੜਾ ਏਸ਼ੀਆਟਿਕ ਲਾਇਨਸ ਨੇ, ਇਹਨਾਂ ਦੀ ਵੀ ਸੰਖਿਆ ਦਿਨ ਬ ਦਿਨ ਘਟਦੀ ਜਾ ਰਹੀ ਹੈ। ਇਹਨਾਂ ਦੇ ਰੱਖ ਰਖਾਵ ਲਈ, ਇਹਨਾਂ ਦੀ ਕੰਜ਼ਰਵੇਸ਼ਨ ਲਈ ਜਿਹੜਾ ਇਹ ਪ੍ਰੋਜੈਕਟ ਹੈ ਲਾਂਚ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਇੱਕ ਬਹੁਤ ਇੰਪੋਰਟੈਂਟ ਨਿਊਜ਼ ਕਰਾਉਣ ਲੱਗੀ ਹਾਂ, ਧਿਆਨ ਨਾਲ ਸੁਣਿਓ। ਨਰਿੰਦਰ ਮੋਦੀ ਜੀ ਨੇ ਰੀਸੈਂਟਲੀ ਇੱਕ ਹੋਰ ਚੀਜ਼ ਲਾਂਚ ਕੀਤੀ ਹੈ, ਅਨਾਊਂਸ ਕੀਤੀ ਹੈ। ਉਹ ਕੀ ਹੈ? ਵਨ ਸਨ, ਧਿਆਨ ਨਾਲ ਨੋਟ ਕਰ ਲਓ, ਵਨ ਸਨ ਵਨ ਵਰਲਡ ਐਂਡ ਵਨ ਗ੍ਰਿਡ ਸਕੀਮ ਐਂਡ ਵਨ ਗ੍ਰਿਡ ਸਕੀਮ। ਦੇਖੋ ਕੀ ਹੈ? ਵਨ ਸਨ ਵਨ ਵਰਲਡ, ਠੀਕ ਹੈ, ਅਤੇ ਵਨ ਗ੍ਰਿਡ ਸਕੀਮ। ਆ ਵਨ ਵਰਲਡ ਇੱਥੇ ਹੋ ਗਿਆ, ਵਨ ਸਨ ਵਨ ਵਰਲਡ ਵਨ ਗ੍ਰਿਡ ਸਕੀਮ। ਇਹ ਜਿਹੜੀ ਕਿਹਨੇ ਲਾਂਚ ਕੀਤੀ ਹੈ? ਨਰਿੰਦਰ ਮੋਦੀ ਜੀ ਨੇ। ਇਹ ਸਕੀਮ ਦੇ ਤਹਿਤ ਕੀ ਹੋਊਗਾ ਦੇਖੋ, ਇਹਦੇ ਵਿੱਚ ਨਾ 140 ਦੇਸ਼ ਨੇ ਜਿਹੜੇ ਇਨਕਲੂਡ ਕੀਤੇ ਗਏ ਨੇ। ਸੋਲਰ ਐਨਰਜੀ ਹੁੰਦੀ ਹੈ ਨਾ ਜਿਹੜੀ ਸੂਰਜ ਤੋਂ ਪ੍ਰਾਪਤ ਕਰਦੇ ਹਾਂ ਆਪਾਂ, ਹੈ ਨਾ। ਸੋਲਰ ਐਨਰਜੀ ਨੂੰ ਇਹਦੇ ਵਿੱਚ ਕੀ ਹੈ ਮਤਲਬ ਮੇਨ ਮਹੱਤਵ ਜਿਹੜਾ ਸੋਲਰ ਐਨਰਜੀ ਦਾ ਹੀ ਹੈ, ਕਿ ਜਿਹੜੀ ਇਹਦੀ ਪੈਦਾਵਾਰ ਹੈ, ਮਤਲਬ ਸੋਲਰ ਐਨਰਜੀ ਹੈ ਜਿਹੜੀ ਉਹਦੀ ਪ੍ਰੋਡਕਸ਼ਨ ਨੂੰ ਪ੍ਰਮੋਟ ਕੀਤਾ ਜਾਊਗਾ। ਸੋਲਰ ਪੈਨਲਸ ਲਗਾਏ ਜਾਣਗੇ, ਠੀਕ ਹੈ। ਜਿਹੜੇ ਦੇਸ਼ਾਂ ਦੇ ਵਿੱਚ ਸੋਲਰ ਐਨਰਜੀ ਘੱਟ ਹੁੰਦੀ ਹੈ ਨਾ, ਤਾਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਉੱਥੋਂ ਪਹੁੰਚਾਈ ਜਾਊਗੀ। ਮੀਨਸ ਕੀ ਹੈ, ਕਿਸੇ ਨੂੰ ਵੀ ਇਸ ਚੀਜ਼ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ, ਜਿਹੜੇ ਵੀ ਦੇਸ਼ ਇਹਦੇ ਵਿੱਚ ਇਨਕਲੂਡ ਹੋਣਗੇ। ਤਾਂ ਇਸ ਤਰੀਕੇ ਦਾ ਪ੍ਰੋਜੈਕਟ ਹੈ ਜਿਹੜਾ ਇਹ ਇਹਨਾਂ ਨੇ ਲਾਂਚ ਕੀਤਾ, ਇਹਦੀ ਅਨਾਊਂਸਮੈਂਟ ਕੀਤੀ ਹੈ ਰੀਸੈਂਟਲੀ। ਬਹੁਤ ਇੰਪੋਰਟੈਂਟ ਹੈ, ਨਾਮ ਯਾਦ ਰੱਖ ਲਿਓ, ਵਨ ਸਨ ਵਨ ਵਰਲਡ ਅਤੇ ਵਨ ਗ੍ਰਿਡ ਸਿਸਟਮ। ਬਹੁਤ ਈਜ਼ੀਲੀ ਤੁਹਾਨੂੰ ਇਹ ਯਾਦ ਹੋ ਜਾਊਗਾ। ਨੈਕਸਟ ਨਿਊਜ਼ ਦੇ ਉੱਤੇ ਆਪਾਂ ਮੂਵ ਔਨ ਕਰਦੇ ਹਾਂ।
हाँ जी, अगली न्यूज़ की अपनी MCQ, हू बिकम द टॉप स्टेट इन इंप्लीमेंटिंग अमृत स्कीम। ਕਹਿੰਦੇ ਕਿਹੜੀ ਟੌਪ ਦੇ ਉੱਤੇ ਸਟੇਟ ਬਣੀ ਹੈ ਜਿਹਨੇ ਅਮਰੁਤ ਸਕੀਮ ਹੈ ਜਿਹੜੀ ਉਹਨੂੰ ਮਤਲਬ ਬਿਕਮ ਇੰਪਲੀਮੈਂਟਿੰਗ ਦੇ ਵਿੱਚ ਮਤਲਬ ਲਾਗੂ ਕਰਨ ਦੇ ਵਿੱਚ ਕਿਹੜੀ ਸਕੀਮ ਸਟੇਟ ਆਪਣੀ ਟੌਪ ਦੇ ਉੱਤੇ ਰਹੀ ਹੈ। ਆਪਸ਼ਨ ਏ ਇਜ਼ ਗੁਜਰਾਤ, ਆਪਸ਼ਨ ਬੀ ਇਜ਼ ਉੜੀਸਾ, ਆਪਸ਼ਨ ਸੀ ਇਜ਼ ਮਹਾਰਾਸ਼ਟਰ ਐਂਡ ਆਪਸ਼ਨ ਡੀ ਇਜ਼ ਤਾਮਿਲਨਾਡੂ। ਇਹਦਾ ਜਿਹੜਾ ਕਰੈਕਟ ਆਨਸਰ ਹੈਗਾ ਉਹ ਹੈਗਾ ਉੜੀਸਾ। ਉੜੀਸਾ ਟੌਪ 'ਤੇ ਰਹੀ ਹੈ ਸਟੇਟ ਜਿਹਨੇ ਇਹ ਸਕੀਮ ਨੂੰ ਇੰਪਲੀਮੈਂਟ ਵਧੀਆ ਤਰੀਕੇ ਨਾਲ ਕੀਤਾ। ਸੈਕਿੰਡ ਦੇ ਉੱਤੇ ਹੈਗੀ ਚੰਡੀਗੜ੍ਹ, ਇਹ ਵੀ ਯਾਦ ਰੱਖ ਲਿਓ। ਤੀਜੇ ਨੰਬਰ 'ਤੇ ਹੈਗੀ ਤੇਲੰਗਾਨਾ, ਇਹ ਵੀ ਯਾਦ ਰੱਖ ਲਿਓ। ਹੁਣ ਇਹ ਜਿਹੜੀ ਸਕੀਮ ਹੈਗੀ ਇਹ 2015 ਦੇ ਵਿੱਚ ਨਰਿੰਦਰ ਮੋਦੀ ਜੀ ਨੇ ਸਟਾਰਟ ਕੀਤੀ ਸੀਗੀ। ਇਸ ਸਕੀਮ ਦੇ ਵਿੱਚ ਬੇਸਿਕਲੀ ਹੁੰਦਾ ਕੀ ਹੈ, ਸੀਵੇਜ ਨੈਟਵਰਕ ਹੁੰਦਾ, ਜਿਹੜਾ ਸੀਵੇਜ ਨੈਟਵਰਕ ਉਹਨੂੰ ਮਜ਼ਬੂਤ ਕੀਤਾ ਜਾਂਦਾ। ਪਾਣੀ ਹੈ ਜਿਹੜਾ, ਪਾਣੀ ਦੀ ਜਿੱਥੇ ਵੀ ਅਪੂਰਤੀ ਹੋਊਗੀ ਉਸ ਪਾਣੀ ਨੂੰ ਉੱਥੇ ਉਹਦੀ ਪੂਰਤੀ ਕੀਤੀ ਜਾਂਦੀ ਹੈ, ਮਤਲਬ ਮੁਹੱਈਆ ਕਰਾਇਆ ਜਾਂਦਾ ਹੈ ਜਿੱਥੇ ਕਿਤੇ ਵੀ ਪਾਣੀ ਦੀ ਸ਼ਾਰਟੇਜ ਹੁੰਦੀ ਹੈ। ਇਸ ਚੀਜ਼ ਦੇ ਨਾਲ ਰਿਲੇਟਡ ਹੈ, ਇਹ ਕਾਫੀ ਟਾਈਮ ਦੀ ਚੱਲ ਰਹੀ ਹੈ। ਤਾਂ ਬੈਸਟ ਇੰਪਲੀਮੈਂਟ ਕਿਹਨੇ ਕੀਤਾ ਇਹਦੇ ਵਿੱਚ? ਉੜੀਸਾ ਨੇ। ਇਹਨੂੰ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਜੀ। ਹਾਂਜੀ, ਉੜੀਸਾ ਤੋਂ ਆਪਾਂ ਕੀ ਕੀਤਾ ਸੀਗਾ ਪ੍ਰੀਵੀਅਸ ਦੇ ਵਿੱਚ, ਉੜੀਸਾ ਦੇ 2 ਵਿਲੇਜਸ ਨੇ ਜਿਨ੍ਹਾਂ ਨੂੰ ਸੁਨਾਮੀ ਘੋਸ਼ਿਤ ਕੀਤਾ ਗਿਆ, ਜਿਨ੍ਹਾਂ ਨੂੰ ਕੀ ਹੈ ਸੁਨਾਮੀ ਘੋਸ਼ਿਤ ਕੀਤਾ ਗਿਆ ਹੈਗਾ। ਉਹ 2 ਵਿਲੇਜ ਕਿਹੜੇ ਸੀਗੇ? ਪਹਿਲਾਂ ਤਾਂ ਇਹ ਦੇਖੋ ਸੁਨਾਮੀ ਘੋਸ਼ਿਤ ਕੀਤਾ ਕਿਹਨੇ ਸੀ? ਸੁਨਾਮੀ ਰੈਡੀ। ਸੁਨਾਮੀ ਰੈਡੀ ਦਾ ਮਤਲਬ ਇਹ ਹੈ ਕਿ ਜਦੋਂ ਵੀ ਸੁਨਾਮੀ ਆਊਗੀ ਤਾਂ ਉਹ ਉਹਨੂੰ ਟੈਕਲ ਕਰਨ ਦੇ ਲਈ ਰੈਡੀ ਹੈ। ਯੂਨੈਸਕੋ ਨੇ ਇਹ ਘੋਸ਼ਿਤ ਕੀਤਾ ਸੀਗਾ। 2 ਵਿਲੇਜਸ ਕਿਹੜੇ ਨੇ? ਵੈਂਕਟਾਪੁਰ ਵਿਲੇਜ ਤੇ ਨੌਲੀਆ ਸ਼ਾਹੀ ਵਿਲੇਜ, ਠੀਕ ਹੈ, ਇਹ ਦੋਨੋਂ ਯਾਦ ਰੱਖਿਓ। ਜੇ ਪੁੱਛ ਲੈਣ ਕਿ ਇੰਡੀਅਨ ਓਸ਼ਨ ਦੇ ਵਿੱਚੋਂ ਕਿਹੜਾ ਪਹਿਲਾ ਦੇਸ਼ ਹੈਗਾ ਜਿਹਨੇ ਐਵੇਂ ਦਾ ਕੋਈ ਵਿਲੇਜਸ ਨੇ ਜਿਹੜੇ ਘੋਸ਼ਿਤ ਕੀਤੇ ਨੇ, ਹੈ ਨਾ, ਤਾਂ ਇੰਡੀਆ ਉਹੋ ਜਿਹੀ ਕੰਟਰੀ ਆ ਗਈ। ਜੇ ਇੰਡੀਆ ਦੇ ਵਿੱਚ ਸਟੇਟ ਪੁੱਛ ਲਈ ਤਾਂ ਉੜੀਸਾ ਆਊਗਾ। ਤਾਂ ਹਰ ਤਰੀਕੇ ਨਾਲ ਹੈ ਜਿਹੜਾ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ। ਹਾਂਜੀ, ਅਗਲੀ ਨਿਊਜ਼ ਦੇ ਉੱਤੇ ਆਪਾਂ ਕਰਦੇ ਹਾਂ ਮੂਵ ਔਨ। ਨੈਕਸਟ ਨਿਊਜ਼ ਹੈ ਆਪਣੀ, ਹੂ ਬਿਕਮ ਦੀ ਫਸਟ ਗਲਫ ਕੰਟਰੀ ਟੂ ਸਾਈਨ ਅ ਪੀਸ ਡੀਲ ਵਿਦ ਇਜ਼ਰਾਈਲ। ਕਹਿੰਦੇ ਉਹ ਕਿਹੜੀ ਪਹਿਲੀ ਗਲਫ ਕੰਟਰੀ ਬਣੀ ਹੈ, ਗਲਫ ਲਾਈਕ ਖਾੜੀ ਕੰਟਰੀ, ਜਿਹਨੇ ਸਾਈਨ ਕੀਤੀ ਹੈ ਪੀਸ ਡੀਲ, ਠੀਕ ਹੈ, ਸ਼ਾਂਤੀ ਵਾਲੀ, ਕਿਹਦੇ ਨਾਲ? ਇਜ਼ਰਾਈਲ ਨਾਲ। ਆਪਸ਼ਨ ਏ ਹੈ ਸਾਊਦੀ ਅਰੇਬੀਆ, ਆਪਸ਼ਨ ਬੀ ਇਜ਼ UAE, ਆਪਸ਼ਨ ਸੀ ਇਜ਼ ਓਮਾਨ, ਆਪਸ਼ਨ ਡੀ ਇਜ਼ ਨਨ ਆਫ ਦੀਸ। ਇਹਦਾ ਕਰੈਕਟ ਆਨਸਰ ਹੈਗਾ ਜੀ ਜਿਹੜਾ ਇਹਦਾ ਆਪਸ਼ਨ ਨੰਬਰ ਬੀ ਹੈ UAE, ਮਤਲਬ ਯੂਨਾਈਟਿਡ ਅਰਬ ਐਮੀਰਾਟਸ। ਇਹੋ ਜਿਹੀ ਪਹਿਲੀ ਕੰਟਰੀ ਬਣੀ ਹੈ ਜਿਹਨੇ ਸਾਈਨ ਕੀਤੀ ਹੈ ਪੀਸ ਡੀਲ ਵਿਦ ਇਜ਼ਰਾਈਲ। ਇਹ ਜਿਹੜੀ ਡੀਲ ਹੈ ਇਹਨੂੰ ਇੱਕ ਹੋਰ ਨਾਮ ਦੇ ਨਾਲ ਵੀ ਜਾਣਿਆ ਜਾਂਦਾ, ਇਬਰਾਹਿਮ ਡੀਲ ਦੇ ਨਾਲ ਵੀ ਜਾਣਿਆ ਜਾਂਦਾ। ਜਿਹੜੀ ਇਬਰਾਹਿਮ ਡੀਲ ਹੈ ਨਾ, ਇਹਦੇ ਵਿੱਚ 3 ਜਿਹੜੇ ਧਰਮ ਨੇ ਇਨਕਲੂਡ ਹੁੰਦੇ ਨੇ। ਇੱਕ ਤਾਂ ਯਹੂਦੀ ਧਰਮ ਆ ਗਿਆ, ਇੱਕ ਇਸਲਾਮ ਧਰਮ ਆ ਗਿਆ ਤੇ ਇੱਕ ਈਸਾਈ ਧਰਮ ਆ ਗਿਆ। ਇਹ ਤਿੰਨੇ ਜਿਹੜੇ ਇਹਦੇ ਵਿੱਚ ਇਨਕਲੂਡ ਹੁੰਦੇ ਨੇ, ਇਹਨਾਂ ਦਾ ਕੰਬੀਨੇਸ਼ਨ ਹੈ ਜਿਹੜੀ ਇਹ ਡੀਲ ਹੈ। ਅੱਛਾ, ਇਹ ਡੀਲ ਦੇ ਵਿੱਚ ਕਿਸ ਚੀਜ਼ ਨਾਲ ਰਿਲੇਟਡ ਚੀਜ਼ਾਂ ਦਾ ਐਗਰੀਮੈਂਟ ਹੋਊਗਾ, ਹੈ ਨਾ? ਟੈਲੀਕਮਿਊਨੀਕੇਸ਼ਨ ਹੋ ਗਿਆ, ਟੂਰਿਜ਼ਮ ਹੋ ਗਿਆ, ਐਨਰਜੀ ਹੋ ਗਈ, ਸਿਕਿਉਰਿਟੀ ਹੋ ਗਈ, ਮੈਡੀਕਲ ਹੋ ਗਿਆ। ਮੈਡੀਕਲ ਤੋਂ ਇਲਾਵਾ ਮੈਡੀਕਲ ਨੂੰ ਆਪਾਂ ਹੋਰ ਇਲੈਬੋਰੇਟ ਕਰੀਏ ਤਾਂ ਜਿਹੜਾ ਕਰੋਨਾ ਵਾਇਰਸ ਮਤਲਬ COVID-19 ਜਿਹੜਾ ਹੁਣ ਚੱਲ ਰਿਹਾ ਹੈ, ਇਹਨੂੰ ਟੈਕਲ ਕਰਨ ਦੇ ਲਈ ਵੀ ਜਿਹੜੇ ਇਹ ਦੇਸ਼ ਨੇ ਇਕੱਠੇ ਹੋ ਜਾਣਗੇ, ਠੀਕ ਹੈ। ਅੱਛਾ, ਜਿਹੜਾ ਹੁਣ ਇਹ ਡੀਲ ਹੋਈ ਹੈ, ਇਹ ਡੀਲ ਹੋਈ ਕਿੱਥੇ ਆ? ਵਾਈਟ ਹਾਊਸ ਦੇ ਵਿੱਚ, ਹੈ ਨਾ। ਹੁਣ ਵਾਈਟ ਹਾਊਸ ਕਿੱਥੇ ਹੈ? US ਦੇ ਵਿੱਚ। ਤਾਂ ਇਹ US ਦੇ ਵਿੱਚ ਕਿਵੇਂ ਹੋਈ, ਹੈ ਨਾ ਡੀਲ? ਤਾਂ ਆਪਾਂ ਇਹਨੂੰ ਇਲੈਬੋਰੇਟ ਕਰਦੇ ਹਾਂ। ਡੋਨਾਲਡ ਟਰੰਪ ਜੀ ਨੇ ਹੀ ਇਹਨਾਂ ਦੀ ਜਿਹੜੀ ਡੀਲ ਹੈ ਕਰਵਾਈ ਹੈ। ਹੁਣ ਉਹਨਾਂ ਨੂੰ ਕੀ ਫਾਇਦਾ ਇਹ ਡੀਲ ਕਰਾਉਣ ਦੇ ਵਿੱਚ? ਤਾਂ ਥੋੜ੍ਹਾ ਜਿਹਾ ਧਿਆਨ ਨਾਲ ਸਮਝੋ ਕੀ ਫਾਇਦਾ। ਹੁਣ ਈਰਾਨ ਹੈ ਜਿਹੜਾ, ਈਰਾਨ US ਦਾ ਦੁਸ਼ਮਣ ਹੈ ਇੱਕ ਤਰੀਕੇ ਨਾਲ, ਠੀਕ ਹੈ। ਹੁਣ ਤੇ ਜਿਹੜਾ ਆਪਣਾ UAE ਹੈ ਇਹ ਵੀ ਈਰਾਨ 'ਤੇ ਲੱਗਦਾ, ਠੀਕ ਹੈ। ਤੇ ਦੂਜੇ ਪਾਸੇ ਇਜ਼ਰਾਈਲ ਦੀ ਜੇ ਮੈਂ ਗੱਲ ਕਰਾਂ, ਇਹਦੀ ਵੀ ਈਰਾਨ ਨਾਲ ਬਣਦੀ ਨਹੀਂ ਤੇ US ਦੀ ਤਾਂ ਬਣਦੀ ਨਹੀਂ। ਹੁਣ ਇਹਨਾਂ ਦੋਨੋਂ ਕੰਟਰੀਜ਼ ਦੀ ਆਪਸ 'ਚ ਈਰਾਨ ਨਾਲ ਨਹੀਂ ਬਣਦੀ, ਤੇ ਜੇ US ਇਹਨਾਂ ਦੋਨਾਂ ਦਾ ਐਗਰੀਮੈਂਟ ਕਰਾ ਦੇ, ਕਿਸ ਤਰੀਕੇ ਨਾਲ ਐਗਰੀਮੈਂਟ ਕਰਾ ਦੇ, ਤਾਂ ਕੀ ਹੈ, ਇਹ ਤਿੰਨੋਂ ਕੰਟਰੀਜ਼ ਇੱਕ ਪਾਸੇ ਹੋ ਜਾਣਗੀਆਂ ਤੇ ਈਰਾਨ ਦੇ ਮਤਲਬ ਅਗੇਂਸਟ ਇੱਕ ਵਧੀਆ ਪਾਵਰ ਬਣ ਜੂਗੀ। ਤਾਂ ਇਸ ਕਰਕੇ ਇਸ ਬੈਕਐਂਡ 'ਤੇ ਇਹੋ ਜਿਹੇ ਰੀਜ਼ਨਸ ਹੀ ਰਹਿੰਦੇ ਹੁੰਦੇ ਨੇ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਣਾ ਕਿਹੜੀ ਇਹ ਡੀਲ ਹੈ, ਕਿਹੜੀ ਕੰਟਰੀ ਨੇ ਕੀਤੀ ਹੈ। ਅਗਲੀ ਨਿਊਜ਼ ਕੀ ਹੈ ਜੀ? ਵਿਚ ਸਟੇਟ ਗਵਰਨਮੈਂਟ ਡਿਸਟਰੀਬਿਊਟਡ ਫ੍ਰੀ ਸਮਾਰਟਫੋਨਸ ਟੂ ਦੀ ਕਲਾਸ 12 ਸਟੂਡੈਂਟ ਆਫ ਗਵਰਨਮੈਂਟ ਸਕੂਲਸ। ਵੈਰੀ ਇੰਪੋਰਟੈਂਟ ਨਿਊਜ਼ ਐਂਡ ਮਤਲਬ ਮੋਸਟ ਐਕਸਾਈਟਿਡ ਨਿਊਜ਼ ਜੇ ਮੈਂ ਕਹਾਂ, ਹੈ ਨਾ। ਮਤਲਬ ਕਦੋਂ ਦੇ ਲੋਕ ਇਸ ਚੀਜ਼ ਦੇ ਉੱਤੇ ਚੁਟਕਲੇ ਬਣਾ ਰਹੇ ਸੀਗੇ, ਹੈ ਨਾ, ਕਿ ਕਿਸੇ ਕੋਲ ਚਾਰਜਰ ਹੈਗਾ ਵਗੈਰਾ ਵਗੈਰਾ, ਹੈ ਨਾ। ਤਾਂ ਸਟੇਟ ਗਵਰਨਮੈਂਟ ਕਿਹੜੀ ਹੈ ਜਿਹਨੇ ਫ੍ਰੀ ਸਮਾਰਟਫੋਨ ਦਿੱਤੇ ਨੇ 12th ਕਲਾਸ ਦੇ ਜਿਹੜੇ ਗਵਰਨਮੈਂਟ ਸਕੂਲ ਦੇ ਸਟੂਡੈਂਟਸ ਨੇ ਉਹਨਾਂ ਨੂੰ? ਆਪਸ਼ਨ ਏ ਇਜ਼ ਪੰਜਾਬ, ਆਪਸ਼ਨ ਬੀ ਇਜ਼ ਮਹਾਰਾਸ਼ਟਰ, ਆਪਸ਼ਨ ਸੀ ਇਜ਼ ਗੁਜਰਾਤ ਐਂਡ ਆਪਸ਼ਨ ਡੀ ਇਜ਼ ਕੇਰਲਾ। ਤਾਂ ਇਹਦਾ ਆਨਸਰ ਹੈ ਜੀ ਆਪਸ਼ਨ ਏ ਪੰਜਾਬ। ਫਾਈਨਲੀ ਜਿਹੜੇ ਇਹ ਡਿਸਟਰੀਬਿਊਟ ਕਰਤੇ ਗਏ ਨੇ ਜਿੱਦਾਂ ਕਿ ਪ੍ਰੋਮਿਸ ਕੀਤਾ ਗਿਆ ਸੀ ਐਜ਼ ਯੂਜ਼ੁਅਲ, ਹੈ ਨਾ। ਤਾਂ ਇਹ ਪੰਜਾਬ ਨੇ ਡਿਸਟਰੀਬਿਊਟ ਕੀਤੇ ਨੇ, ਆਪਣੇ CM ਤੁਹਾਨੂੰ ਪਤਾ ਹੀ ਹੈ ਅਮਰਿੰਦਰ ਸਾਹਿਬ ਜੀ, ਹੈ ਨਾ, ਉਹਨਾਂ ਨੇ ਕਰਵਾਏ ਨੇ। ਗਵਰਨਮੈਂਟ ਸਕੂਲ ਯਾਦ ਰੱਖਿਓ ਉਹਨਾਂ ਸਟੂਡੈਂਟਸ ਨੂੰ ਹੀ ਦਿੱਤੇ ਜਾ ਰਹੇ ਨੇ, ਠੀਕ ਹੈ। ਇਹ ਪੰਜਾਬ ਸਮਾਰਟ ਕਨੈਕਟ ਯੋਜਨਾ ਦੇ ਤਹਿਤ ਜਿਹੜੇ ਇਹ ਡਿਸਟਰੀਬਿਊਟ ਕੀਤੇ ਜਾ ਰਹੇ ਨੇ। ਪੰਜਾਬ ਸਮਾਰਟ ਕਨੈਕਟ ਯੋਜਨਾ,
ਇਹਦੇ ਤਹਿਤ ਨੇ ਜਿਹੜੇ ਫੋਨਸ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ। ਠੀਕ ਹੈ, ਇਹ ਕਾਹਦੇ ਲਈ ਹੈ ਤੁਹਾਨੂੰ ਪਤਾ ਹੀ ਹੈ, ਐਜੂਕੇਸ਼ਨ, ਆਨਲਾਈਨ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਹੈ, ਤਾਂ ਕਿ ਜਿਹੜੇ ਬੱਚੇ ਮਤਲਬ ਇਸ ਚੀਜ਼ ਦੇ ਏਬਲ ਨਹੀਂ ਆ ਕਿ ਉਹ ਖੁਦ ਤੋਂ ਫੋਨਸ ਖਰੀਦ ਸਕਣ, ਹੈ ਨਾ, ਪੂਅਰ ਨੇ, ਨੀਡੀ ਨੇ, ਉਹਨਾਂ ਨੂੰ ਇਹ ਫੋਨਸ ਪ੍ਰੋਵਾਈਡ ਕਰਾਏ ਜਾਣਗੇ ਤਾਂ ਕਿ ਉਹ ਘਰ ਬੈਠੇ ਵਧੀਆ ਤਰੀਕੇ ਨਾਲ ਆਪਣੀ ਐਜੂਕੇਸ਼ਨ ਈ ਲਰਨਿੰਗ ਕਰ ਸਕਣ। ਠੀਕ ਹੈ, ਈ ਐਜੂਕੇਸ਼ਨ ਉਹਨਾਂ ਨੂੰ ਮਿਲ ਸਕੇ। ਅੱਛਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਤੋਂ ਥੋੜ੍ਹੇ ਦਿਨ ਪਹਿਲਾਂ ਇੱਕ ਉਹ ਆਈ ਸੀ ਨਿਊਜ਼, ਪ੍ਰਾਈਡ ਆਫ ਪੰਜਾਬ। ਇਹ ਸਕਿੱਲ ਮਤਲਬ ਜਿਹੜੀ ਯੂਥ ਹੈ ਉਹਨੂੰ ਪ੍ਰਮੋਟ ਕਰਨ ਦੇ ਲਈ, ਇੰਪਲੋਇਮੈਂਟ ਓਪਰਚੁਨਿਟੀਜ਼ ਨੂੰ ਉਹ ਚੰਗੀ ਤਰੀਕੇ ਨਾਲ ਸਮਝਣ ਦੇ ਲਈ ਇਹ ਚਲਾਇਆ ਸੀਗਾ ਪੰਜਾਬ ਨੇ। ਪ੍ਰਾਈਡ ਆਫ ਪੰਜਾਬ ਯਾਦ ਰੱਖਣਾ, ਇਹ ਵੀ ਪੰਜਾਬ ਦੀ ਹੀ ਨਿਊਜ਼ ਹੈ। ਹਾਂਜੀ, ਅਗਲੀ ਨਿਊਜ਼ ਉੱਤੇ ਚੱਲਦੇ ਹਾਂ। Which state government recently launched AI for AI program? Very important. Option A is Telangana, option B is Uttar Pradesh, option C is Tamil Nadu and option D is Delhi. ਹਾਂਜੀ, ਇਹਦੇ ਵਿੱਚ ਜਿਹੜਾ ਇਹਦਾ ਕਰੈਕਟ ਆਨਸਰ ਆਊਗਾ ਆਪਸ਼ਨ ਏ, ਦੈਟ ਇਜ਼ ਤੇਲੰਗਨਾ। ਠੀਕ ਹੈ, ਤੇਲੰਗਨਾ ਨੇ ਇਹ ਲਾਂਚ ਕੀਤਾ ਪ੍ਰੋਗਰਾਮ ਕਿਹਦੇ ਨਾਲ ਮਿਲ ਕੇ, WEF ਤੇ C4IR, ਇਹਦੇ ਨਾਲ ਮਿਲ ਕੇ। ਇਹਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿਰਫ ਇਸ ਪ੍ਰੋਗਰਾਮ ਦੀ ਫੁੱਲ ਫਾਰਮ ਬਾਰੇ। AI ਜਦੋਂ ਵੀ ਆਊਗਾ ਨਾ, AI ਦਾ ਮੋਸਟਲੀ ਫੁੱਲ ਫਾਰਮ ਇੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਹੁੰਦੀ ਹੈ। ਤਾਂ ਇਹ ਜਿਹੜੀ ਇਹਦੀ ਫੁੱਲ ਫਾਰਮ ਤੋਂ ਤੁਹਾਨੂੰ ਕਲੀਅਰ ਹੋ ਜਾਊਗਾ ਕੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਫॉर एग्रीकल्चर इनोवेशन प्रोग्राम। पहला वाला AI तो आर्टिफिशियल इंटैलीजेंस है, फॉर दैट इज़ फॉर, है ना, फॉर लाइक। पिछे वाला AI की है एग्रीकल्चरल इनोवेशन प्रोग्राम, मतलब एग्रीकल्चर के लिए इनोवेशन प्रोग्राम नू उत्साहित करन दे लई, उन्होंने एनकरेज करन दे लई जिहड़ा ये प्रोग्राम है लिआंदा गया तेलंगाना गवर्नमेंट द्वारा। इहदे द्वारा किनू बैनीफिट मिलूगा, फार्मर्स हो गए अपने, फार्मिंग है जिहड़ी ਉਹਦੇ ਵਿੱਚ ਕੀ ਹੈ, ਆਰਟੀਫਿਸ਼ੀਅਲ ਟੈਕਨੋਲੋਜੀ ਲੈ ਕੇ ਆਈ ਜਾਊਗੀ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਆਇਆ ਜਾਊਗਾ। ਠੀਕ ਹੈ, ਅੱਛਾ ਜੀ, ਗੱਲ ਕਰੀਏ ਹੁਣ WEF, ਤੁਹਾਨੂੰ ਪਤਾ ਹੀ ਹੈ ਵਰਲਡ ਇਕਨੋਮਿਕ ਫੋਰਮ ਹੁੰਦੀ ਹੈ। C4IR ਇਹ ਕੀ ਹੈ, ਸੈਂਟਰ ਫॉर ਇੰਡਸਟਰੀਅਲ ਰੈਵੋਲੂਸ਼ਨ, ਇਹ ਵੀ ਯਾਦ ਰੱਖ ਲਿਓ। ਠੀਕ ਹੈ, ਇਹਦੇ ਵਿੱਚ ਬੈਨੀਫਿਟ ਕਿਹਨੂੰ ਮਿਲੂਗਾ, ਬੇਸਿਕਲੀ ਫਾਰਮਰਸ ਨੂੰ ਮਿਲੂਗਾ। ਠੀਕ ਹੈ, ਇਹ ਸਾਰਾ ਕੁਝ ਤੁਸੀਂ ਯਾਦ ਰੱਖਣਾ। ਤੇਲੰਗਾਨਾ ਯਾਦ ਰੱਖਿਓ ਆਂਧਰਾ ਪ੍ਰਦੇਸ਼ ਤੋਂ ਅਲੱਗ ਹੋਇਆ ਸੀਗਾ 2 ਜੂਨ 2014 ਨੂੰ, ਇਹ ਸਾਰਾ ਕੁਝ ਯਾਦ ਰੱਖਣਾ। ਆਂਧਰਾ ਪ੍ਰਦੇਸ਼ ਤੋਂ ਮੈਂ ਤੁਹਾਨੂੰ ਕਾਫੀ ਕੁਝ ਲਿੰਕ ਕਰਵਾਇਆ ਹੋਏਗਾ, है ना। आंध्र प्रदेश तो 25वीं हाई कोर्ट है जिहड़ी वो भी आंध्र प्रदेश की है। टोटल नंबर ऑफ रेलवे जोन 18 ने। 18वें रेलवे जोन का हैडकुआटर किहड़ा है, साउथ कोस्टल रेलवे जोन, जिहड़ा कि विशाखापट्टनम दे विच है। फ्यूचर दे विच इहदियां 3 कैपिटल्स होणगीਆਂ, कुल्लूर, विशाखापट्टनम ते अमरावती। ते इहदी जिहड़ी विधान सभा है उहनूं खत्म करन दे लई भी जिहड़ा बिल पाया होया। इन्ने एक पॉइंट आंध्र प्रदेश तुसीं याद रख सकते हो। हाँ जी, जे किसी ने मेरी अज थोड़ी जी फास्ट लगे वीडियो तो तुसी वीडियो नू थोड़ा जा स्लो कर सकते हो, अपने अकॉर्डिंग इहदी स्पीड नू एडजस्ट कर सकते हो। स्पीड का उपर ऑप्शन हुंदा है सैटिंग दे विच जाके, ठीक है। क्योंकि अज MCQs कवर कराने ने, कंटेंट ज़्यादा है, ठीक है, तां करके मैं रैपीटिशन ज़्यादा नहीं कर पाऊँगी। ट्राई टू अंडरस्टैंड, ओके। हाँ जी, हू वॉन स्पैनिश ग्रैंड प्रिक्स 2020 फार्मूला 1 रेस। ये जी फार्मूला 1 रेस है किने विन की है? ऑप्शन ए दैट इज़ वल्टारी बोटास, बी मैक्स वर्स्टैपन, सी लुइस हैमिल्टन ते डी नन ऑफ दीज। ये जी विन की है जी, ये किने की हैगी? इसका आंसर आऊगा ऑप्शन नंबर सी दैट इज़ लुइस हैमिल्टन, ठीक है। ये मर्सिडीज़ चलाते हैं, मैं तुहानूं करवाया सीगा। देखो इन्होंने लुइस हैमिल्टन भी कह देंगे है, उही परसन है, अलग अलग नहीं है ने। बट मैं लैविस क्यों लिखती हुंदी है, तुसीं लैविस का ना W चक लो, W चक लो। W नूं जे आपां एवें पुट्ठा कर देंगे तो M बन जूगी ना, M तो मर्सिडीज़ तुहानूं याद रह जूगा कि ये मर्सिडीज़ चलाते हैं। तो जे इसे W नूं ऐ घुमा दोगे तो इंग्लैंड बन जूगा, इंग्लैंड के ही हैगे ने, ठीक है। तो याद रखना मतलब सौखा है, मैं अपने अकॉर्डिंग लिंक बनाया तो तुहानूं याद रह जे। अच्छा, इस तो इलावा थोड़ियां पिछलियां आपां कर लैने रिवाइज़, पिछे आपां की कीता सी इहदे रिगार्डिंग। मैक्स वर्स्टैपन की जे मैं गल करां, 70th एनिवर्सरी सी ग्रैंड प्रिक्स फार्मूला 1 रेस, ये इन्होंने विन की सी, करवाई हुई है तुहानूं, है ना। ये जिहड़े हैगे ने रैड बुल के खिडारी ने, ठीक है। ऑस्ट्रीयन ग्रैंड प्रिक्स, जे मैं वल्टारी वोटास की गल करां, ऑस्ट्रीयन ग्रैंड प्रिक्स, ऑस्ट्रेलियन नहीं हैगा, ये ऑस्ट्रीयन है, ठीक है, फर्क है दोनों च। इन्होंने जित्तिया ये। तो जे आपां गल करिए लुइस हैमिल्टन की, इन्होंने किहड़े जित्ते ने? स्टैरियन ग्रैंड प्रिक्स, हंगरी ग्रैंड प्रिक्स, ब्रिटिश ग्रैंड प्रिक्स ते अज वाला स्पैनिश ग्रैंड प्रिक्स। मतलब की है, जिहड़ियां 6 हुण तक दे सीजन दियां होईयां ने ये रेसिस, उन्हां दे विचों 4 ने जिहड़ियां लुइस हैमिल्टन ने ही जित्तियां ने। तां इंपॉर्टेंट है, इन्हां नूं तरीके नाल याद कर लिओ, क्लीयर है। अगली न्यूज़ उत्ते मूव ऑन करते हैं। विच स्टेट गवर्नमेंट रीसेंटली लॉन्च्ड एन इंटीग्रेटेड ई कॉमर्स प्लेटफॉर्म कॉल्ड येलो चेन। वधिया न्यूज़ है ये, देखो
ਕਹਿੰਦੇ ਕਿਹੜੀ ਸਟੇਟ ਗਵਰਨਮੈਂਟ ਨੇ ਲਾਂਚ ਕੀਤੀ ਹੈ ਇੰਟੀਗ੍ਰੇਟਡ ਈ-ਕਮਰਸ ਪਲੇਟਫਾਰਮ ਦੀ ਇਹ ਨਿਊਜ਼ ਹੈ। ਯੈਲੋ ਚੇਨ ਉਹਦਾ ਨੇਮ ਹੈ। ਆਪਸ਼ਨ ਏ ਮਨੀਪੁਰ, ਬੀ ਨਾਗਾਲੈਂਡ, ਸੀ ਮਿਜ਼ੋਰਮ ਐਂਡ ਡੀ ਨਨ ਆਫ ਦੀਜ਼। ਤਾਂ ਇਹਦਾ ਕਰੈਕਟ ਆਂਸਰ ਹੈ ਜੀ ਨਾਗਾਲੈਂਡ, ਆਪਸ਼ਨ ਨੰਬਰ ਬੀ। ਇਹਨਾਂ ਨੇ ਯੈਲੋ ਚੇਨ ਲਾਂਚ ਕੀਤਾ। ਅੱਛਾ, ਈ-ਕਮਰਸ ਪਲੇਟਫਾਰਮ ਹੈ, ਠੀਕ ਹੈ ਇਹ, ਅਤੇ ਇਹਦੇ ਵਿੱਚ ਹੋਊਗਾ ਕੀ ਬੇਸਿਕਲੀ ਸਰਵਿਸ ਪ੍ਰੋਵਾਈਡਰ ਮਤਲਬ ਜਿਨ੍ਹਾਂ ਨੇ ਸਰਵਿਸ ਦੇਣੀ ਹੈ ਅਤੇ ਜਿਹੜੇ ਕਿ ਕੰਜ਼ਿਊਮਰ ਨੇ ਜਿਨ੍ਹਾਂ ਨੇ ਲੈਣੀ ਹੈ, ਮਤਲਬ ਜਿਨ੍ਹਾਂ ਨੇ ਲੈਣੀ ਹੈ, ਲਾਈਕ ਜਿੱਦਾਂ ਆਪਾਂ ਲਾ ਲਓ, ਆਪਾਂ ਜਿਵੇਂ ਲੈਣੀ ਹੁੰਦੀ ਹੈ, ਬਟ ਇਹ ਨਾਗਾਲੈਂਡ ਦਾ ਮੈਂ ਐਗਜ਼ਾਮਪਲ ਦੇ ਰਹੀ ਹਾਂ। ਜਿਵੇਂ ਕੋਈ ਵਿਕਰੇਤਾ ਹੈ, ਉਹਨੇ ਆਪਣੀ ਚੀਜ਼ ਵੇਚਣੀ ਹੈ, ਆਪਾਂ ਚੀਜ਼ ਲੈਣੀ ਹੈ, ਮਤਲਬ ਕੰਜ਼ਿਊਮਰ ਅਤੇ ਪ੍ਰੋਡਿਊਸਰ ਹੈ ਨਾ, ਜਿਹਨੇ ਵੇਚਣੀ ਹੈ, ਜਿਹੜਾ ਕਿ ਸੈਲਰ ਹੈਗਾ, ਉਹਨਾਂ ਨੂੰ ਇੱਕੋ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਜਾਊਗਾ। ਉਸ ਪਲੇਟਫਾਰਮ ਨਾਲ ਕਨੈਕਟ ਕੀਤਾ ਜਾਊਗਾ, ਠੀਕ ਹੈ, ਜਿੱਥੇ ਚਾਹੇ ਜੇ ਨਾਈ ਹੈ, ਟੈਕਸੀ ਡਰਾਈਵਰ ਹੈ, ਕਾਰਪੈਂਟਰ ਹੈ, ਪੇਂਟਰ ਹੈ, ਕੁੱਲ ਮਿਲਾ ਕੇ ਕੋਈ ਵੀ ਹੈ ਨਾ, ਉਹ ਵੀ ਇੱਕੋ ਪਲੇਟਫਾਰਮ ਦੇ ਉੱਤੇ ਹੋਣਗੇ। ਜਿਨ੍ਹਾਂ ਨੂੰ ਉਹ ਸਰਵਿਸਿਜ਼ ਚਾਹੀਦੀਆਂ ਨੇ ਉਹ ਵੀ ਉਸ ਪਲੇਟਫਾਰਮ ਦੇ ਉੱਤੇ ਹੋਣਗੇ। ਇਹਦੇ ਨਾਲ ਬੈਨੀਫਿਟ ਕੀ ਹੋਊਗਾ, ਸੇਲ ਕਰਨ ਵਾਲਿਆਂ ਦੀ ਜਿਹੜੀ ਸੇਲ ਹੈ ਉਹ ਇਨਕਰੀਜ਼ ਹੋਊਗੀ ਇਹਦੇ ਨਾਲ, ਠੀਕ ਹੈ, ਕਿਉਂਕਿ ਇੱਕ ਪਰਸਨ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਨਹੀਂ ਭਟਕਣਾ ਪਊਗਾ ਡਿਫਰੈਂਟ ਵਰਕਸ ਦੇ ਲਈ, ਇੱਕੋ ਜਗ੍ਹਾ ਦੇ ਉੱਤੇ ਉਹਨਾਂ ਨੂੰ ਸਾਰਾ ਕੁਝ ਮਿਲ ਜੂਗਾ। ਕੰਜ਼ਿਊਮਰਸ ਦਾ ਕੀ ਹੋਊਗਾ, ਉਹਨਾਂ ਨੂੰ ਈਜ਼ੀ ਅਸੈਸ ਹੋ ਜੂਗੀ, ਮਤਲਬ ਕੀ ਹੈ ਆਪਣੀ ਚੀਜ਼ ਤੱਕ ਉਹ ਈਜ਼ੀਲੀ ਅਸੈਸ ਕਰ ਪਾਉਣਗੇ ਇੱਕੋ ਪਲੇਟਫਾਰਮ ਦੇ ਜ਼ਰੀਏ। ਤਾਂ ਇਹ ਤੁਸੀਂ ਯਾਦ ਰੱਖਣਾ, ਠੀਕ ਹੈ। ਨਾਗਾਲੈਂਡ ਨੇ ਲਾਂਚ ਕੀਤਾ ਹੈ। ਤਾਂ ਨਾਗਾਲੈਂਡ ਦੀ ਕੈਪੀਟਲ ਹੈਗੀ ਹੈ ਜੀ ਕੋਹਿਮਾ ਯਾਦ ਰੱਖਿਓ। ਇਸ ਤੋਂ ਇਲਾਵਾ ਇੱਕ ਇੰਪੋਰਟੈਂਟ ਚੀਜ਼ ਕਰਾਉਣ ਲੱਗੀ ਹਾਂ ਤੁਹਾਨੂੰ, ਇੱਕ ਗੁਹਾਟੀ ਹਾਈ ਕੋਰਟ ਦੇ ਅੰਡਰ ਨਾ 4 ਸਟੇਟਸ ਆਉਂਦੀਆਂ ਨੇ। 4 ਕਿਹੜੀਆਂ ਨੇ ਜੀ? ਸਭ ਤੋਂ ਪਹਿਲਾਂ ਅਸਮ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ। ਇਹ ਚਾਰੇ ਕਿਹਦੇ ਅੰਡਰ ਆਉਂਦੇ? ਗੁਹਾਟੀ ਹਾਈ ਕੋਰਟ ਦੇ ਅੰਡਰ ਆਉਂਦੀਆਂ। ਅਤੇ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਕੌਣ ਨੇ ਜੀ? ਅਜੇ ਲਾਂਬਾ। ਹੁਣ ਆਹ ਚਾਰੋਂ ਸਟੇਟਸ ਲਈ ਮੈਨੂੰ ਤੁਹਾਨੂੰ ਅੱਡ ਕਰਾਉਣ ਦੀ ਲੋੜ ਨਹੀਂ ਹੈ, ਇੱਥੇ ਇੱਕ ਤਰੀਕੇ ਨਾਲ ਇਹਨੂੰ ਯਾਦ ਕਰ ਲਿਓ। ਕਲੀਅਰ ਹੈ ਜੀ। ਅਗਲੀ ਨਿਊਜ਼ ਉੱਤੇ ਮੂਵ ਔਨ ਕਰਦੇ ਹਾਂ। ਨੈਕਸਟ ਕੀ ਹੈ? ਆਯੂਸ਼ ਮਿਨਿਸਟਰੀ ਸਟਾਰਟਡ ਵਿਚ ਕੈਂਪੇਨ ਫਾਰ ਅਵੇਅਰਨੈਸ ਔਨ ਇਨਕਰੀਜ਼ਿੰਗ ਇਮਿਊਨਾਈਜੇਸ਼ਨ। ਇਮਿਊਨਿਟੀ ਨੂੰ ਵਧਾਉਣ ਦੇ ਲਈ, ਇੱਥੇ ਇਮਿਊਨਿਟੀ ਆਊਗਾ ਬੇਸਿਕਲੀ, ਇਮਿਊਨਾਈਜੇਸ਼ਨ ਤਾਂ ਟੀਕਾਕਰਨ ਹੁੰਦਾ, ਇਮਿਊਨਿਟੀ ਨੂੰ ਵਧਾਉਣ ਦੇ ਲਈ, ਠੀਕ ਹੈ, ਆਯੂਸ਼ ਮਿਨਿਸਟਰੀ ਨੇ ਕੀ ਸਟਾਰਟ ਕੀਤਾ? ਇਹ ਚਾਰੋਂ ਆਪਸ਼ਨਸ ਨੇ ਜੀ। COVID-19 ਇਮਿਊਨਿਟੀ ਬੂਸਟ ਅਪ, ਆਯੂਸ਼ ਫॉर ਇਮਿਊਨਿਟੀ, ਨਨ ਆਫ ਦੀਸ। ਤਾਂ ਇਹਦਾ ਜਿਹੜਾ ਕਰੈਕਟ ਆਂਸਰ ਹੈਗਾ ਆਯੂਸ਼ ਫॉर ਇਮਿਊਨਿਟੀ ਹੈਗਾ। ਇਹ ਇੱਕ ਕੈਂਪੇਨ ਚਲਾਇਆ ਆਯੂਸ਼ ਮਿਨਿਸਟਰੀ ਨੇ, ਤਾਂ ਕਿ ਜਿਹੜਾ ਇਮਿਊਨਿਟੀ ਆਪਾਂ ਨੂੰ ਪਤਾ COVID-19 ਦੇ ਵਿੱਚ ਜਿਹਦੀ ਵੀ ਇਮਿਊਨਿਟੀ ਇਨਕਰੀਜ਼ ਹੋਊਗੀ ਉਹਨੂੰ ਕਰੋਨਾ ਤੋਂ ਬਚਣਾ ਉਹਦੇ ਲਈ ਈਜ਼ੀ ਹੈ। ਤਾਂ ਇਮਿਊਨਿਟੀ ਦੇ ਰਿਲੇਟਡ ਹੀ ਹੈ ਇਹ, ਅਤੇ ਆਯੂਸ਼ ਮਿਨਿਸਟਰੀ ਨੇ ਇਹਨੂੰ ਲਾਂਚ ਕੀਤਾ ਹੈ। ਕਲੀਅਰ ਰੱਖਿਓ, ਠੀਕ ਹੈ। ਇਹਦੇ ਜਿਹੜੇ ਹੈਡ ਨੇ ਸ਼੍ਰੀਪਦ ਯੈਸੋ ਨਾਇਕ ਜੀ ਨੇ। ਵਰਲਡਸ ਟੋਲੈਸਟ ਪੀਅਰ ਬ੍ਰਿਜ ਬੀਇੰਗ ਬਿਲਡ ਬਾਈ ਇੰਡੀਅਨ ਰੇਲਵੇ ਇਨ ਵਿਚ ਸਟੇਟ। ਦੁਨੀਆ ਦਾ ਸਭ ਤੋਂ ਜਿਹੜਾ ਟੋਲੈਸਟ ਪੀਅਰ ਬ੍ਰਿਜ ਹੈ ਇੰਡੀਅਨ ਰੇਲਵੇ ਨੇ ਕਿਹੜੀ ਸਟੇਟ ਦੇ ਵਿੱਚ ਇਨੈਗੋਰੇਟ ਕੀਤਾ? ਮਨੀਪੁਰ, ਮੇਘਾਲਿਆ, ਤੇਲੰਗਾਨਾ ਜਾਂ ਫਿਰ ਤਾਮਿਲਨਾਡੂ। ਇਹਦਾ ਕਰੈਕਟ ਆਂਸਰ ਹੈ ਜੀ ਮਨੀਪੁਰ ਦੇ ਵਿੱਚ ਕੀਤਾ। 141 ਮੀਟਰ ਹੈ ਇਹ ਟੋਲ ਹੋਊਗਾ, ਠੀਕ ਹੈ। ਲਾਈਕ ਜਿੱਦਾਂ ਥੰਬ ਜੇ ਨਹੀਂ ਹੁੰਦੇਗੇ ਉਹਦੇ ਉੱਤੇ ਬ੍ਰਿਜ ਬਣਾਇਆ ਹੁੰਦਾ, ਤਾਂ ਇਹ ਟੋਲ ਹੈ, ਠੀਕ ਹੈ। ਪੀਅਰ ਬ੍ਰਿਜ ਕਹਿ ਦਿੰਦੇ ਇਹਨੂੰ, ਠੀਕ ਹੈ। ਇਹਦੀ ਲੈਂਥ ਹੈਗੀ ਹੈ ਜਿਹੜੀ 703 ਮੀਟਰ ਦੀ ਹੈ। ਕੋਸਟ ਇਹਦੇ 'ਤੇ ਆਊਗੀ 3000 ਕਰੋੜ ਦੇ ਲਗਭਗ, ਠੀਕ ਹੈ। ਤਾਂ ਇਹ ਤੁਸੀਂ ਯਾਦ ਇਹਦੇ ਤੋਂ ਰੱਖਣਾ। ਹਾਂਜੀ, ਨੈਕਸਟ ਉੱਤੇ ਚੱਲਦੇ ਹਾਂ। ਨੈਕਸਟ ਆ ਗਿਆ ਆਪਣਾ ਕਿਹੜਾ ਡੇ ਹੈ ਜਿਹਨੂੰ ਹਿਊਮਨਟੇਰੀਅਨ ਡੇ ਦੇ ਤੌਰ 'ਤੇ ਜਾਣਿਆ ਜਾਂਦਾ, ਕਿਸ ਦਿਨ ਨੂੰ, ਠੀਕ ਹੈ। 17 ਅਗਸਤ, 18 ਅਗਸਤ, 19 ਅਗਸਤ ਜਾਂ ਫਿਰ 20 ਅਗਸਤ, ਹੈ ਨਾ। ਤਾਂ ਇਹਦਾ ਜਿਹੜਾ ਕਰੈਕਟ ਆਂਸਰ ਹੈ ਜੀ 19 ਅਗਸਤ ਹੈਗਾ। ਵਰਲਡ ਹਿਊਮਨਟੇਰੀਅਨ ਡੇ ਦੇ ਤੌਰ 'ਤੇ ਜਿਹੜਾ ਮਨਾਇਆ ਜਾਂਦਾ। 2009 ਦੇ ਵਿੱਚ ਇਹ ਸਟਾਰਟ ਹੋਇਆ ਸੀਗਾ। UN ਦੇ ਬਗਦਾਦ ਦੇ ਹੈੱਡਕੁਆਟਰ 'ਤੇ ਹਮਲਾ ਹੋਇਆ ਸੀਗਾ, ਠੀਕ ਹੈ। ਉਦੋਂ ਜਿਹੜੇ 2003 ਦੇ ਵਿੱਚ ਇਹ ਹਮਲਾ ਹੋਇਆ ਸੀਗਾ, ਤਾਂ ਉਹਦੇ ਵਿੱਚ ਜਿਹੜੇ ਲੋਕ ਮਰੇ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਹੈ ਜਿਹੜਾ ਇਹ ਡੇ ਮਨਾਇਆ ਜਾਂਦਾ। ਬਟ ਇਹ ਸਟਾਰਟ 2009 ਦੇ ਵਿੱਚ ਹੋਇਆ ਸੀਗਾ। ਕਲੀਅਰ ਹੈ ਜੀ। ਹਾਂਜੀ, ਇਸ ਤੋਂ ਬਾਅਦ ਆਪਾਂ ਅਗਲੀ ਨਿਊਜ਼ ਉੱਤੇ ਮੂਵ ਔਨ ਕਰਦੇ ਹਾਂ। ਬਹੁਤ ਇੰਪੋਰਟੈਂਟ ਆਵਲੀ ਨਿਊਜ਼ ਹੈ। ਵਿਚ ਇਲੈਕਸ਼ਨ ਕਮਿਸ਼ਨਰ ਰਿਜ਼ਾਈਨਡ ਇਨ ਇੰਡੀਆ ਰੀਸੈਂਟਲੀ। ਆਪਣੇ ਇੰਡੀਆ ਦੇ ਵਿੱਚ ਕਿਹੜੇ ਇਲੈਕਸ਼ਨ ਕਮਿਸ਼ਨਰ ਨੇ ਰੀਸੈਂਟਲੀ ਰਿਜ਼ਾਈਨ ਕੀਤਾ ਹੈ? A ਸੁਨੀਲ ਅਰੋੜਾ, B ਅਸ਼ੋਕ ਲਵਾਸਾ, C ਸੁਸ਼ੀਲ ਚੰਦਰਾ ਜਾਂ ਫਿਰ D ਨਨ ਆਫ ਦੀਜ਼। ਇਹਦਾ ਜਿਹੜਾ ਕਰੈਕਟ ਆਂਸਰ ਹੈਗਾ ਜੀ ਅਸ਼ੋਕ ਲਵਾਸਾ ਹੈ। ਇਹਨਾਂ ਨੇ ਰੀਸੈਂਟਲੀ ਰਿਜ਼ਾਈਨ ਕਰਤਾ। ਅੱਛਾ, ਇਲੈਕਸ਼ਨ ਕਮਿਸ਼ਨ ਨੂੰ ਥੋੜ੍ਹਾ ਜਿਹਾ ਸਮਝਦੇ ਹਾਂ ਕੀ ਹੁੰਦਾ। ਇੱਕ ਤਾਂ ਚੀਫ ਇਲੈਕਸ਼ਨ ਕਮਿਸ਼ਨ ਹੁੰਦਾ, 2 ਇਲੈਕਸ਼ਨ ਕਮਿਸ਼ਨ ਹੁੰਦੇ ਨੇ। ਇਹ ਚੀਜ਼ ਕਿਹਦੇ ਦਿੱਤੀ ਗਈ ਹੈ? 324 ਆਰਟੀਕਲ ਦੇ ਵਿੱਚ ਦਿੱਤੀ ਗਈ ਹੈ। ਚੀਫ ਇਲੈਕਸ਼ਨ ਕਮਿਸ਼ਨਰ ਇਹਨਾਂ ਦਾ ਹੈੱਡ ਹੁੰਦਾ। ਆਹ 2 ਪਰਸਨ ਇਹਨਾਂ ਦੇ ਹੈਲਪਰ ਹੁੰਦੇ ਨੇ। ਜਿਹੜੇ ਸੁਨੀਲ ਅਰੋੜਾ ਜੀ ਨੇ, ਆਪਣਾ ਅਸ਼ੋਕ ਲਵਾਸਾ ਜੀ ਨੇ, ਇੱਕ ਤਾਂ ਚੀਫ ਹੁੰਦਾ ਚੀਫ ਇਲੈਕਸ਼ਨ ਕਮਿਸ਼ਨਰ, 2 ਹੁੰਦੇ ਨੇ ਇਲੈਕਸ਼ਨ ਕਮਿਸ਼ਨਰ। ਚੀਫ ਕਿਹੜੇ ਨੇ ਆਪਣੇ ਐਟ ਪ੍ਰੈਜ਼ੈਂਟ? ਸੁਨੀਲ ਅਰੋੜਾ।
2 ਇਲੈਕਸ਼ਨ ਕਮਿਸ਼ਨ ਸੀਗੇ, ਇਹਨਾਂ 'ਚੋਂ ਇੱਕ ਦਾ ਨਾਮ ਤਾਂ ਹੈਗਾ ਸੁਸ਼ੀਲ ਚੰਦਰਾ ਤੇ ਇੱਕ ਨੇ ਦਿੱਤਾ ਰਿਜ਼ਾਈਨ, ਜਿਹੜੇ ਕਿ ਕੌਣ ਸੀਗੇ? ਅਸ਼ੋਕ ਲਵਾਸਾ। ਇੱਥੇ ਇੱਕ ਪੁਆਇੰਟ ਹੋਰ ਨੋਟ ਕਰ ਲਓ, ਇਹਨਾਂ ਦੀ ਜਗ੍ਹਾ ਤੇ ਕੌਣ ਆ ਗਏ? ਰਾਜੀਵ ਕੁਮਾਰ। ਠੀਕ ਹੈ, 2 ਨਿਊਜ਼ ਬਣਾਉਣ ਦੀ ਬਜਾਏ ਮੈਂ ਇੱਕ ਦੇ ਵਿੱਚ ਹੀ ਤੁਹਾਨੂੰ ਕਰਵਾਤਾ, ਇਹਨੂੰ ਯਾਦ ਰੱਖਿਓ। ਠੀਕ ਹੈ, ਹਾਂਜੀ ਅਗਲੀ ਨਿਊਜ਼ ਉੱਤੇ ਚੱਲਦੇ ਹਾਂ। Which bank recently launched a special facility called loan against security? ਲੋਨ ਅਗੇਂਸਟ ਸਿਕਿਉਰਿਟੀ ਨਾਮ ਦੀ ਸਪੈਸ਼ਲ ਫੈਸਿਲਿਟੀ ਕਿਹੜੇ ਬੈਂਕ ਨੇ ਲਾਂਚ ਕੀਤੀ ਹੈ? ਐਕਸਿਸ ਬੈਂਕ, ਯੈਸ ਬੈਂਕ, ICICI ਬੈਂਕ ਜਾਂ ਫਿਰ ਫੈਡਰਲ ਬੈਂਕ। ਇਹਦਾ ਕਰੈਕਟ ਆਂਸਰ ਹੈ ਜੀ ਯੈਸ ਬੈਂਕ। ਯੈਸ ਬੈਂਕ ਨੇ ਇਹ ਕੀਤੀ ਹੈ ਲਾਂਚ। ਅੱਛਾ, ਲੋਨ ਅਗੇਂਸਟ ਸਿਕਿਉਰਿਟੀਜ਼ ਦਾ ਕੀ ਮਤਲਬ ਹੈ? ਸਿਕਿਉਰਿਟੀਜ਼ ਦੇ ਵਿੱਚ ਸ਼ੇਅਰ ਹੋ ਗਏ, ਇਕੁਇਟੀ ਹੋ ਗਈ, ਡਿਬੈਂਚਰ ਹੋ ਗਏ, ਇਹ ਸਾਰਾ ਕੁਝ ਇਨਕਲੂਡ ਹੁੰਦਾ ਹੈ। ਯੈਸ ਬੈਂਕ ਦੇ ਵਿੱਚ ਜਿਸ ਵੀ ਪਰਸਨ ਦੇ ਇਹ ਸਾਰੀਆਂ ਸਿਕਿਉਰਿਟੀਜ਼ ਦੇ ਵਿੱਚੋਂ ਕੋਈ ਵੀ ਸਿਕਿਉਰਿਟੀ ਹੈਗੀ ਹੈ, ਉਹ ਆਪਣੀ ਇਹਨਾਂ ਸਿਕਿਉਰਿਟੀਜ਼ ਦੇ ਬਦਲੇ ਜਿਹੜਾ ਲੋਨ ਹੈ ਉਹ ਲੈ ਸਕਦਾ ਹੈ। ਇਸ ਚੀਜ਼ ਦੇ ਨਾਲ ਰਿਲੇਟਡ ਇਹ ਨਿਊਜ਼ ਹੈ। ਠੀਕ ਹੈ, ਉਹਦੇ ਬਦਲੇ 'ਚ ਲੈ ਸਕਦਾ ਹੈ। ਇਹ ਫੈਸਿਲਿਟੀ ਕਿਹਨੇ ਲਾਂਚ ਕੀਤੀ ਹੈ? ਯੈਸ ਬੈਂਕ ਨੇ। ਹਾਂਜੀ, ਯੈਸ ਬੈਂਕ ਬਾਰੇ ਜੇ ਬੇਸਿਕ ਇਨਫੋਰਮੇਸ਼ਨ ਦੀ ਗੱਲ ਕਰਾਂ, ਆਪਾਂ ਨੂੰ ਪਤਾ ਪਿੱਛੇ ਜੇ ਬੈਨ ਲਾਤਾ ਸੀ RBI ਨੇ, ਦੀ ਲਿਮਿਟ ਫਿਕਸ ਕਰਤੀ ਸੀ ਕਿ 50,000 ਤੋਂ ਵੱਧ ਕੋਈ ਕਢਾ ਨਹੀਂ ਸਕਦਾ, ਹੈ ਨਾ, ਇਨਸੋਲਵੈਂਟ ਹੋ ਗਿਆ ਸੀਗਾ। ਤਾਂ ਉਸ ਤੋਂ ਬਾਅਦ RBI ਨੇ ਦੁਬਾਰਾ ਤੋਂ ਉਹਦਾ ਵਰਕ ਸਟਾਰਟ ਕਰਤਾ ਸੀਗਾ, ਕਿਉਂਕਿ SBI ਹੈ ਜਿਹੜਾ, SBI ਨੇ 49% ਸ਼ੇਅਰ ਸੀ ਜਿਹੜੇ ਇਹਦੇ ਖਰੀਦ ਲਏ ਸੀਗੇ। 49% ਦੀ ਹਿੱਸੇਦਾਰੀ SBI ਦੀ ਹੈ ਯੈਸ ਬੈਂਕ ਦੇ ਵਿੱਚ। ਯੈਸ ਬੈਂਕ 2004 ਦੇ ਵਿੱਚ ਬਣਿਆ ਸੀ। ਹੈੱਡਕੁਆਟਰ ਇਹਦਾ ਮੁੰਬਈ ਦੇ ਵਿੱਚ ਹੀ ਹੈ। MD ਤੇ CEO ਇਹਦੇ ਹੈਗੇ ਨੇ ਪ੍ਰਸ਼ਾਂਤ ਕੁਮਾਰ। ਫਾਊਂਡਰ ਇਹਦੇ ਹੈਗੇ ਨੇ ਆਪਾਂ ਨੂੰ ਪਤਾ ਅਸ਼ੋਕ ਕਪੂਰ ਤੇ ਰਾਣਾ ਕਪੂਰ। ਇਹ ਸਾਰਾ ਕੁਝ ਇਹਦੇ ਤੋਂ ਤੁਸੀਂ ਯਾਦ ਰੱਖਣਾ ਹੈ। ਕਲੀਅਰ ਹੈ, ਅਗਲੀ ਨਿਊਜ਼ ਉੱਤੇ ਚੱਲਦੇ ਹਾਂ। ਵਿਚ ਇਜ਼ ਦੀ ਕਲੀਨੈਸਟ ਸਿਟੀ ਇਨ ਦੀ ਇੰਡੀਆ ਐਜ਼ ਪਰ ਦੀ ਐਨੂਅਲ ਕਲੀਨ ਸਰਵੇ 2020 ਰਿਪੋਰਟ। ਇਹ ਜਿਹੜੀ 2020 ਦੀ ਰਿਪੋਰਟ ਆਈ ਹੈ ਜੀ ਕਲੀਨੈਸਟ ਸਰਵੇ ਦੀ, ਇਹਦੇ ਵਿੱਚ ਦੱਸਣਾ ਆਪਾਂ ਨੇ ਕਲੀਨੈਸਟ ਸਿਟੀ ਹੈ ਕਿਹਨੂੰ ਹੈ, ਇਹਦਾ ਸੌਰੀ ਕਲੀਨੈਸਟ ਸਿਟੀ ਇਹਦੇ ਵਿੱਚ ਕਿਹੜੀ ਆਈ ਹੈ। ਤਾਂ ਇਹਦੇ ਵਿੱਚ ਜਿਹੜੀ ਕਲੀਨੈਸਟ ਸਿਟੀ ਕੱਢੀ ਗਈ ਹੈ ਉਹ ਇੰਦੌਰ ਹੈ। ਇੰਡੋਰ ਨੂੰ ਕੱਢਿਆ ਗਿਆ, ਆਈ ਐਮ ਸੋ ਸੌਰੀ ਫॉर दैट। ਇੰਡੋਰ, ਆਪਸ਼ਨ ਨੰਬਰ B ਇਜ਼ ਦੀ ਕਰੈਕਟ ਆਂਸਰ। 4th ਟਾਈਮ ਇੰਡੋਰ ਹੀ ਬਣੀ ਹੈ ਜਿਹੜੀ ਇਹਦੀ ਕਲੀਨੈਸਟ ਸਿਟੀ ਬਣੀ ਹੈ ਐਨੂਅਲ ਕਲੀਨ ਸਰਵੇ 2020 ਦੀ ਰਿਪੋਰਟ ਦੇ ਅਕੋਰਡਿੰਗ। ਚੌਥੀ ਵਾਰ ਇੰਡੋਰ ਬਣੀ ਹੈ। ਕਲੀਅਰ ਹੈ ਜੀ, ਅਗਲੀ ਤੇ ਚੱਲਦੇ ਹਾਂ। Which agency is formed by central government to give only one exam for government jobs? ਬਹੁਤ ਧਿਆਨ ਨਾਲ ਇਹ ਨਿਊਜ਼ ਸੁਣਿਓ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਵਿੱਚ ਕੀ ਹੈ, ਕਹਿੰਦੇ ਕਿਹੜੀ ਉਹ ਏਜੰਸੀ ਹੈ ਜਿਹੜੀ ਬਣਾਈ ਗਈ ਹੈ ਸੈਂਟਰਲ ਗਵਰਨਮੈਂਟ ਦੇ ਦੁਆਰਾ, ਜਿਹਦੇ ਵਿੱਚ ਆਪਾਂ ਨੂੰ ਇੱਕੋ ਹੀ ਐਗਜ਼ਾਮ ਦੇਣਾ ਪਊਗਾ ਗਵਰਨਮੈਂਟ ਜੌਬਸ ਦੇ ਲਈ। ਆਪਸ਼ਨ ਨੰਬਰ A ਸਟਾਫ ਸਿਲੈਕਸ਼ਨ ਕਮਿਸ਼ਨ, ਆਪਸ਼ਨ ਨੰਬਰ B ਨੈਸ਼ਨਲ ਰਿਕਰੂਟਮੈਂਟ ਏਜੰਸੀ, ਆਪਸ਼ਨ ਨੰਬਰ C ਕਾਮਨ ਐਲੀਜੀਬਿਲਿਟੀ ਟੈਸਟ ਜਾਂ ਫਿਰ ਆਪਸ਼ਨ ਨੰਬਰ D ਨਨ ਆਫ ਦੀਜ਼। ਇਹਦਾ ਕਰੈਕਟ ਆਂਸਰ ਹੈਗਾ ਜੀ ਆਪਸ਼ਨ ਨੰਬਰ B ਨੈਸ਼ਨਲ ਰਿਕਰੂਟਮੈਂਟ ਏਜੰਸੀ। ਇਹ ਬਣਾਈ ਗਈ ਆਪਣੀ ਸੈਂਟਰ ਸਰਕਾਰ ਦੇ ਦੁਆਰਾ ਕਿ ਜਿਹੜਾ ਗਵਰਨਮੈਂਟ ਜੌਬਸ ਨੇ ਨਾ ਉਹਦੇ ਲਈ ਇੱਕੋ ਇੱਕ ਐਗਜ਼ਾਮ ਦੇਣਾ ਪਊਗਾ। ਐ ਨਹੀਂ ਹੈਗਾ ਬਹੁਤ ਸਾਰੇ ਐਗਜ਼ਾਮ ਦੇਣੇ ਪੈਣਗੇ, ਬਟ ਇਹਦੇ ਵਿੱਚ ਹਜੇ 3 ਹੀ ਜਿਹੜੇ ਐਗਜ਼ਾਮ ਕੰਡਕਟਿੰਗ ਆਪਾਂ ਕਹਿ ਲਈਏ ਇੰਸਟੀਟਿਊਟ ਉਹ ਇਨਕਲੂਡ ਨੇ ਇਹਦੇ ਵਿੱਚ, ਏਜੰਸੀਜ਼ ਕਹਿ ਲਈਏ ਆਪਾਂ। ਉਹ ਕਿਹੜੇ 3 ਇਨਕਲੂਡ ਨੇ? SSC, IBPS ਤੇ RRB। ਇਹ ਤਿੰਨੇ ਇਨਕਲੂਡ ਨੇ, ਮਤਲਬ ਇਹਨਾਂ ਦੇ ਲਈ ਜੇ ਕੋਈ ਵੀ ਐਗਜ਼ਾਮ ਦੇਣਾ ਤਾਂ ਹੁਣ ਇੱਕੋ ਹੀ ਐਗਜ਼ਾਮ ਦਿੱਤਾ ਜਾਊਗਾ। ਤਾਂ ਉਹ ਐਗਜ਼ਾਮ ਕਿਹੜਾ ਹੋਊਗਾ? CET, ਮਤਲਬ ਕੀ ਹੈ ਕਾਮਨ ਐਲੀਜੀਬਿਲਿਟੀ ਟੈਸਟ, ਉਸ ਟੈਸਟ ਦਾ ਨਾਮ ਹੋਊਗਾ। ਇਹਦੇ ਵਿੱਚ B and C ਗ੍ਰੇਡ ਦੇ ਹੀ ਐਗਜ਼ਾਮ ਸਿਰਫ ਲਏ ਜਾਣਗੇ। ਇਨ ਫਿਊਚਰ ਦੇ ਵਿੱਚ ਇਹਦੇ ਵਿੱਚ ਹੋਰ ਸਾਰੇ ਵੀ ਇਨਕਲੂਡ ਕੀਤੇ ਜਾ ਸਕਦੇ ਆ, ਬਟ ਫਿਲਹਾਲ ਦੇ ਲਈ 3 ਹੀ ਇਨਕਲੂਡ ਨੇ ਇਹਦੇ ਵਿੱਚ। ਕਲੀਅਰ ਹੈ, ਬਹੁਤ ਧਿਆਨ ਨਾਲ ਇਹਨੂੰ ਯਾਦ ਕਰ ਲਿਓ, ਬਹੁਤ ਇੰਪੋਰਟੈਂਟ ਨਿਊਜ਼ ਹੈ। ਨੈਕਸਟ ਆ ਗਿਆ ਆਪਣਾ ਜੀ, ਕਿਹੜਾ ਡੇ ਅਬਜ਼ਰਵ ਕੀਤਾ ਜਾਂਦਾ ਵਰਲਡ ਸੀਨੀਅਰ ਸਿਟੀਜ਼ਨ ਦੇ ਤੌਰ 'ਤੇ? 21 ਅਗਸਤ ਦਾ ਜਿਹੜਾ ਡੇ ਹੈ ਉਹਨੂੰ ਜਿਹੜਾ ਇਨਕਲੂਡ ਕੀਤਾ ਗਿਆ ਹੈਗਾ, ਅਬਜ਼ਰਵ ਕੀਤਾ ਗਿਆ ਵਰਲਡ ਸੀਨੀਅਰ ਸਿਟੀਜ਼ਨ, ਆਪਣੇ ਜਿਹੜੇ ਬਜ਼ੁਰਗ ਹੁੰਦੇ ਨੇ ਹੈ ਨਾ, ਉਹਨਾਂ ਦੀ ਟੇਕ ਕੇਅਰ ਦੇ ਲਈ। ਠੀਕ ਹੈ, ਅਤੇ ਉਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਦੱਸਣ ਦੇ ਲਈ, ਅਵੇਅਰਨੈਸ ਲਈ ਇਹ ਜਿਹੜਾ ਡੇ ਹੈ ਅਬਜ਼ਰਵ ਕੀਤਾ ਜਾਂਦਾ। 21 ਅਗਸਤ ਨੂੰ ਇਹ ਮਨਾਇਆ ਜਾਂਦਾ। 1991 ਦੇ ਵਿੱਚ ਇਹ ਮਨਾਇਆ ਜਾਣਾ ਸਟਾਰਟ ਹੋਇਆ ਸੀ। ਇਹਦੇ ਨਾਲ ਹੀ ਇੱਥੇ ਨਾਲ ਦੀ ਨਾਲ ਹੀ ਨੋਟ ਕਰ ਲਓ 23 ਅਗਸਤ। 23 ਅਗਸਤ ਨੂੰ ਹੈ ਜਿਹੜਾ ਕਿਹੜਾ ਡੇ ਮਨਾਇਆ ਜਾਂਦਾ? ਇੰਟਰਨੈਸ਼ਨਲ ਡੇ ਫॉर ਸਲੇਵਸ ਟ੍ਰੇਡ ਐਂਡ ਇਟਸ ਐਬੋਲਿਊਸ਼ਨ। ਦੁਬਾਰਾ ਬੋਲ ਰਹੀ ਹਾਂ, ਇੰਟਰਨੈਸ਼ਨਲ ਡੇ ਫॉर ਸਲੇਵ ਟ੍ਰੇਡ ਐਂਡ ਇਟਸ ਐਬੋਲਿਊਸ਼ਨ। ਮਤਲਬ ਜਿਹੜੀ ਗੁਲਾਮ ਪ੍ਰਥਾ ਨਹੀਂ ਪਹਿਲਾਂ ਚੱਲਦੀ ਹੁੰਦੀ ਸੀ, ਗੁਲਾਮਾਂ ਨੂੰ ਖਰੀਦ ਲੈਂਦੇ ਸੀਗੇ ਹੈ ਨਾ, ਫਿਰ ਉਹਨਾਂ ਤੋਂ ਆਪਣਾ ਕੰਮ ਵਗੈਰਾ ਕਰਾਉਂਦੇ ਸੀ, ਉਸ ਚੀਜ਼ ਦਾ ਉਹ ਜਿਹੜੇ ਦਾਸ ਸੀਗੇ ਨਾ, ਉਹ ਦਾਸਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਡੇ ਹੈ ਇਹ ਅਬਜ਼ਰਵ ਕੀਤਾ ਜਾਂਦਾ। 1998 ਦੇ ਵਿੱਚ ਇਹ ਮਨਾਇਆ ਜਾਣਾ ਸਟਾਰਟ ਹੋਇਆ ਸੀ ਅਤੇ UN ਦੁਆਰਾ ਇਹ ਸੈਲੀਬ੍ਰੇਟ ਫਸਟ ਟਾਈਮ ਕੀਤਾ ਗਿਆ ਸੀਗਾ। ਠੀਕ ਹੈ, ਅਤੇ ਇਹ ਤੁਸੀਂ ਯਾਦ ਰੱਖਣੀ ਹੈ। 2 ਕੁਐਸਚਨ ਨਹੀਂ ਬਣਾਏ ਮੈਂ, ਇੱਕ ਦੇ ਵਿੱਚ ਹੀ ਦੋਨੋਂ ਇਨਕਲੂਡ ਕਰਤੇ, ਯਾਦ ਰੱਖਿਓ ਇਹਨੂੰ ਕਲੀਅਰਲੀ। ਓਕੇ ਆ ਜੀ।
ਹੋ ਸਕਦਾ ਇਹ ਵੀਡੀਓ ਤੁਹਾਨੂੰ 2 ਵਾਰ ਦੇਖਣੀ ਪਵੇ, ਬਿਕਾਜ਼ ਇੱਕ ਵਾਰ ਤਾਂ ਤੁਸੀਂ ਨੋਟ ਹੀ ਕਰ ਪਾਓਗੇ, ਦੂਜੀ ਵਾਰ ਦੇਖੋਗੇ ਤਾਂ ਤੁਹਾਨੂੰ ਵਧੀਆ ਤਰੀਕੇ ਨਾਲ ਹੋ ਜੂਗੀ। ਤਾਂ ਬੈਟਰ ਹੈ ਇੰਨੇ ਡੇਜ਼ ਦੇ ਉੱਤੇ ਅਲੱਗ-ਅਲੱਗ ਵਾਰੀ ਅੱਧਾ ਘੰਟਾ ਕੱਢਣ ਨਾਲੋਂ ਇੱਕ ਦਿਨ ਹੀ ਜੱਜ ਕੇ ਘੰਟਾ 1.5 ਘੰਟਾ ਕੱਢ ਕੇ ਇਹਨੂੰ ਯਾਦ ਕਰ ਲਿਓ। ਕਾफ़ी ਸਾਰਾ ਕੰਟੈਂਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗਾ। ਹਾਂਜੀ, ਨੈਕਸਟ ਕੁਐਸਚਨ ਹੈ, ਏਕ ਸੰਕल्प ਬਜ਼ੁਰਗੋਂ ਕੇ ਨਾਮ ਜਿਹੜਾ ਕੈਂਪੇਨ ਹੈ ਕਿਹੜੀ ਸਟੇਟ ਗਵਰਨਮੈਂਟ ਨੇ ਸਟਾਰਟ ਕੀਤਾ ਹੈ? MP, AP, ਉੱਤਰਾਖੰਡ ਜਾਂ ਫਿਰ ਮਹਾਰਾਸ਼ਟਰ। ਇਹਦਾ ਜਿਹੜਾ ਕਰੈਕਟ ਆਂਸਰ ਹੈ ਜੀ ਮੱਧ ਪ੍ਰਦੇਸ਼ ਹੈ। ਇਹਨਾਂ ਨੇ ਸਟਾਰਟ ਕੀਤਾ, ਦੇਖੋ ਇਹ ਵੀ ਬਜ਼ੁਰਗਾਂ ਦੇ ਕਰਕੇ ਹੀ ਹੈ। ਸੀਨੀਅਰ ਸਿਟੀਜ਼ਨ ਜਿਹੜੇ ਹੈਲਪਲੈਸ ਲੋਕ ਨੇ ਉਹਨਾਂ ਨੂੰ ਇਹਦੇ ਦੁਆਰਾ ਫੂਡ ਹੈ, ਸ਼ੈਲਟਰ ਵਗੈਰਾ ਪ੍ਰੋਵਾਈਡ ਕੀਤਾ ਜਾਊਗਾ, ਠੀਕ ਹੈ, ਉਹਨਾਂ ਦੇ ਲਈ ਹੈ। ਹੁਣ ਦੇਖੋ ਆਪਾਂ ਪਿੱਛੇ ਡੇ ਕਰਕੇ ਹਟੇ ਸੀਨੀਅਰ ਸਿਟੀਜ਼ਨ ਡੇ, ਇੱਥੇ ਉਹਨਾਂ ਦੇ ਰਿਗਾਰਡਿੰਗ ਹੀ ਜਿਹੜੇ ਕੈਂਪੇਨ ਆ ਗਿਆ, ਦੋਨੋਂ ਇਕੱਠੇ ਲਿੰਕ ਕਰਕੇ ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ। ਨੈਕਸਟ 'ਤੇ ਮੂਵ ਔਨ ਕਰਦੇ ਹਾਂ ਜੀ। ਰੀਸੈਂਟਲੀ ਵਿਚ ਪਰਸਨ ਇਜ਼ ਅਪੋਇੰਟਡ ਐਜ਼ ਦੀ 4th MD ਆਫ ਦੀ ਸਟੇਟ ਬੈਂਕ ਆਫ ਇੰਡੀਆ। ਰੀਸੈਂਟਲੀ ਚੌਥੇ MD ਕਿਹੜੇ ਅਪੋਇੰਟ ਕੀਤੇ ਗਏ ਨੇ? SBI ਦੇ। ਆਪਸ਼ਨ ਨੰਬਰ A CS ਸ਼ੈੱਟੀ, ਅਰਜੀਤ ਬਾਸੂ, ਦਿਨੇਸ਼ ਖਾਰਾ ਜਾਂ ਫਿਰ ਅਸ਼ਵਨੀ ਭੱਟ। ਇਹਦਾ ਕਰੈਕਟ ਆਂਸਰ ਹੈ ਜੀ ਅਸ਼ਵਨੀ ਭੱਟ। ਇਹਨਾਂ ਨੂੰ 4th MD ਅਪੋਇੰਟ ਕੀਤਾ ਗਿਆ, ਮਤਲਬ ਜੇ 4th ਨੇ ਤਾਂ ਮਤਲਬ ਪਹਿਲਾਂ 3 ਹੋਣਗੇ, ਤਾਂ 3 ਕਿਹੜੇ ਨੇ ਜੀ? ਫਸਟ ਨੰਬਰ ਵਾਲੇ ਹੈਗੇ ਨੇ ਅਰਜੀਤ ਬਾਸੂ, ਸੈਕਿੰਡ ਨੰਬਰ ਵਾਲੇ ਹੈਗੇ ਨੇ CS ਸ਼ੈੱਟੀ, ਥਰਡ ਨੰਬਰ ਵਾਲੇ ਹੈਗੇ ਨੇ ਦਿਨੇਸ਼ ਖਾਰਾ, ਅਤੇ ਚੌਥੇ ਨੰਬਰ ਵਾਲੇ ਇਹੀ ਨੇ, ਠੀਕ ਹੈ। ਇਕੱਠੇ ਹੀ ਲਿਖਤੇ ਮੈਂ ਤਾਂ ਕਿ ਤੁਹਾਨੂੰ ਕਾਪੀ ਕਰਨਾ ਇੱਥੋਂ ਈਜ਼ੀ ਹੋ ਜਾਏ, ਯਾਦ ਰੱਖਿਓ। SBI ਦਾ ਹੈੱਡਕੁਆਟਰ ਵੀ ਯਾਦ ਰੱਖਣਾ ਤੁਸੀਂ ਕਿੱਥੇ ਹੈਗਾ? ਮੁੰਬਈ ਦੇ ਵਿੱਚ। ਮੁੰਬਈ ਵਾਲੇ ਮੈਂ ਤੁਹਾਨੂੰ ਕਾਫੀ ਹੈੱਡਕੁਆਟਰ ਕਰਾਏ ਨੇ, SBI, ਯੈਸ ਬੈਂਕ, ਐਕਸਿਸ ਬੈਂਕ, HDFC, ICICI ਅਤੇ SEBI, ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ, ਸਭ ਦੇ ਹੈੱਡਕੁਆਟਰ ਮੁੰਬਈ ਦੇ ਵਿੱਚ ਨੇ, RBI ਦਾ ਵੀ। ਹਾਂਜੀ, ਅਗਲੀ 'ਤੇ ਚੱਲਦੇ ਹਾਂ ਆਪਾਂ। Which first missile in India was tested in the Pokhran by the private sector? ਪ੍ਰਾਈਵੇਟ ਸੈਕਟਰ ਦੁਆਰਾ ਉਹ ਕਿਹੜੀ ਪਹਿਲੀ ਮਿਜ਼ਾਈਲ ਇੰਡੀਆ ਦੇ ਵਿੱਚ ਜਿਹਨੂੰ ਟੈਸਟ ਪੋਖਰਾਨ ਦੇ ਵਿੱਚ ਕੀਤਾ ਗਿਆ? ਆਪਸ਼ਨ ਨੰਬਰ A ਪਿਨਾਕਾ, B ਅਪਾਚੇ, C ਚਿਨੋਕ, D ਨਨ ਆਫ ਦੀਸ, ਠੀਕ ਹੈ। ਪਿਨਾਕਾ ਹੈ ਜਿਹੜੀ ਇਹ ਫਸਟ ਮਿਜ਼ਾਈਲ ਹੈ ਜਿਹਨੂੰ ਕੀ ਹੈ ਟੈਸਟ ਕੀਤਾ ਗਿਆ ਹੈਗਾ ਪ੍ਰਾਈਵੇਟ ਸੈਕਟਰ ਦੁਆਰਾ। ਅੱਛਾ, ਉਹ ਪ੍ਰਾਈਵੇਟ ਸੈਕਟਰ ਕਿਹੜਾ? ਇਕਨੋਮਿਕ ਐਕਸਪਲੋਸਿਵ ਲਿਮਿਟਡ, ਇਕਨੋਮਿਕ ਐਕਸਪਲੋਸਿਵ ਲਿਮਿਟਡ। ਇਹਦੀ ਜਿਹੜੀ ਰੇਂਜ ਹੈ 120 ਕਿਲੋਮੀਟਰ ਦੀ ਹੈ। ਐਡਵਾਂਸ ਟੈਕਨੋਲੋਜੀ ਨੂੰ ਹੈ ਜਿਹੜਾ ਪ੍ਰਮੋਟ ਇਹਦੇ ਵਿੱਚ ਕੀਤਾ ਗਿਆ, ਮਤਲਬ ਐਡਵਾਂਸ ਟੈਕਨੋਲੋਜੀ ਨਾਲ ਲੈਸ ਹੈ ਜਿਹੜੀ ਇਹ ਮਿਜ਼ਾਈਲ ਹੈ, ਇਹਨੂੰ ਯਾਦ ਰੱਖਣਾ। DRDO ਦੀ ਜਿਹੜੀ ਨਿਗਰਾਨੀ ਦੇ ਹੇਠ ਇਹਨੂੰ ਕੀ ਹੈ ਲਾਂਚ ਕੀਤਾ ਗਿਆ ਹੈਗਾ। ਕਲੀਅਰ ਹੈ। ਹੁਣ ਦੇਖੋ ਇਨ ਫਿਊਚਰ ਦੇ ਵਿੱਚ ਹੋਰ ਵੀ ਕਾਫੀ ਸਾਰੇ ਪ੍ਰਾਈਵੇਟ ਸੈਕਟਰ ਇਸ ਦੇ ਖੇਤਰ ਦੇ ਵਿੱਚ ਆਉਣਗੇ, ਕਿਉਂਕਿ ਆਪਣੀ ਜਿਹੜੀ ਮਤਲਬ ਯੂਨੀਅਨ ਗਵਰਨਮੈਂਟ ਹੈ ਉਹਨੇ ਇਸ ਚੀਜ਼ ਦਾ ਐਲਾਨ ਕਰਤਾ ਕਿ ਪ੍ਰਾਈਵੇਟ ਸੈਕਟਰ ਵੀ ਹੈ ਜਿਹੜਾ ਸਪੇਸ ਹੋ ਗਈ ਆਪਣਾ, ਹੈ ਨਾ, ਇਹਦੇ ਵਿੱਚ ਕੀ ਆਪਣੀ ਪਾਰਟਨਰਸ਼ਿਪ ਵਗੈਰਾ ਕਰ ਸਕਦਾ ਹੈ ਨਾ, ਮਿਜ਼ਾਈਲ ਵਗੈਰਾ ਉਹਦੇ ਨਾਲ ਮਿਜ਼ਾਈਲ ਆ ਗਏ ਡਿਫੈਂਸ ਦੇ ਵਿੱਚ ਵੀ, ਠੀਕ ਹੈ। ਕਲੀਅਰ ਰੱਖਿਓ ਯਾਦ ਇਹਨੂੰ। ਅਪਾਚੇ ਤੋਂ ਇੱਕ ਪੁਆਇੰਟ ਯਾਦ ਰੱਖ ਲਿਓ, ਅਪਾਚੇ ਹੈਲੀਕਾਪਟਰ ਆਪਾਂ US ਤੋਂ ਲਏ ਸੀਗੇ, ਠੀਕ ਹੈ, ਚੀਨੂਕ ਵੀ। ਹੁਣ ਦੇਖੋ DRDO ਇੱਥੇ ਤਾਂ ਇਨਫੋਰਮੇਸ਼ਨ ਇੱਥੇ ਮੈਂ ਤੁਹਾਨੂੰ ਥੋੜ੍ਹੀ ਸਟੈਟਿਕ ਵਾਲੀ ਘੱਟ ਕਰਾਉਂਗੀ ਇਸ ਵੀਡੀਓ ਦੇ ਵਿੱਚ, ਬਿਕਾਜ਼ ਆਪਣਾ ਵੈਸੇ ਹੀ ਲੈਂਥ ਬਹੁਤ ਜ਼ਿਆਦਾ ਹੋ ਜਾਣੀ ਹੈ ਨਹੀਂ ਤਾਂ। ਨੈਕਸਟ ਕੁਐਸਚਨ ਹੈ, ਰੀਸੈਂਟਲੀ ਹੂ ਲਾਂਚ ਗ੍ਰੀਨ ਪਾਥ ਐਪ ਫॉर ਮੋਨੀਟਰਿੰਗ ਆਫ ਪਲਾਂਟੇਸ਼ਨ ਅਲੋਂਗ ਦੀ ਨੈਸ਼ਨਲ ਹਾਈਵੇ। ਨੈਸ਼ਨਲ ਹਾਈਵੇ ਦੇ ਜਿਹੜੇ ਨਾਲ ਟਰੀਜ਼ ਉੱਗੇ ਹੋਏ ਹੁੰਦੇ ਨੇ ਉਹਦੇ ਲਈ ਜਿਹੜਾ ਗ੍ਰੀਨ ਪਾਥ ਐਪ ਹੈ ਕਿਹਨੇ ਲਾਂਚ ਕੀਤਾ ਹੈ? ਮਿਨਿਸਟਰੀ ਆਫ ਟਰਾਂਸਪੋਰਟ, ਮਿਨਿਸਟਰੀ ਆਫ ਰੇਲਵੇ, ਨਹਾਈ ਜਾਂ ਫਿਰ ਨਨ ਆਫ ਦੀਸ। ਇਹਦਾ ਕਰੈਕਟ ਆਂਸਰ ਹੈ ਜੀ ਨਹਾਈ, NHAI, ਦੈਟ ਇਜ਼ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਇਹਨੇ ਲਾਂਚ ਕੀਤਾ ਅਤੇ ਜੀਓ ਟੈਗ ਹੈ ਜਿਹੜਾ ਉਹ ਵੀ ਦਿੱਤਾ ਜਾਊਗਾ। ਜਿਹੜੇ ਹਾਈਵੇ ਮੰਨ ਲਓ ਜਾ ਰਿਹਾ, ਇਹਦੇ ਨਾਲ ਸਾਈਡਾਂ 'ਤੇ ਜਿਹੜੇ ਦਰਖਤ ਹੁੰਦੇ ਨੇ ਨਾ, ਪੇੜ ਹੁੰਦੇ ਨੇ ਉਹਨਾਂ ਨੂੰ, ਠੀਕ ਹੈ। ਹਰਿਤ ਭਾਰਤ ਸੰਕਲਪ ਅਭਿਆਨ ਇੱਕ ਸ਼ੁਰੂ ਕੀਤਾ ਗਿਆ, ਉਹਦੇ ਤਹਿਤ ਹੀ ਜਿਹੜਾ ਇਹ ਚਲਾਇਆ ਗਿਆ, ਐਪ ਲਾਂਚ ਕੀਤਾ ਗਿਆ, ਠੀਕ ਹੈ। ਨਾਮ ਯਾਦ ਰੱਖਿਓ, ਹਰਿਤ ਭਾਰਤ ਸੰਕਲਪ, ਇਹ ਅਭਿਆਨ ਸ਼ੁਰੂ ਕੀਤਾ ਗਿਆ, ਉਹਦੇ ਤਹਿਤ ਹੀ ਇਹ ਜਿਹੜਾ ਕੀਤਾ ਗਿਆ। ਨਹਾਈ ਤੋਂ ਯਾਦ ਰੱਖਿਓ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, 1995 ਦੇ ਵਿੱਚ ਫਾਊਂਡ ਹੋਇਆ, ਨਿਊ ਦਿੱਲੀ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਸੁਖਬੀਰ ਸਿੰਘ ਸੰਧੂ ਨੇ ਜਿਹੜੇ ਇਹਦੇ ਜੀ ਹੈੱਡ ਨੇ ਐਟ ਪ੍ਰੈਜ਼ੈਂਟ। ਕਲੀਅਰ ਹੈ। ਅਗਲੀ ਨਿਊਜ਼ 'ਤੇ ਚੱਲਦੇ ਹਾਂ। ਵਿਚ ਬੈਂਕ ਰੀਸੈਂਟਲੀ ਲਾਂਚਡ ਗਿਗ ਓਪਰਚੁਨਿਟੀਜ਼ ਨੇਮਡ ਰਿਕਰੂਟਮੈਂਟ ਇਨੀਸ਼ੀਏਟਿਵ। ਕਿਹੜੇ ਬੈਂਕ ਨੇ ਗਿਗ ਓਪਰਚੁਨਿਟੀਜ਼ ਨਾਮ ਦਾ ਰਿਕਰੂਟਮੈਂਟ ਇਨੀਸ਼ੀਏਟਿਵ ਹੈ ਜਿਹੜਾ ਸਟਾਰਟ ਕੀਤਾ? ਹਾਂਜੀ, ਜਿਹੜਾ ਇਹਦਾ ਆਨਸਰ ਆਊਗਾ ਯੈਸ ਬੈਂਕ ਹੈ, ਐਕਸਿਸ ਬੈਂਕ ਹੈ, ICICI ਬੈਂਕ ਹੈ ਜਾਂ ਫਿਰ HDFC ਬੈਂਕ ਹੈ। ਇਹਦਾ ਜਿਹੜਾ ਕਲੀਅਰ ਆਨਸਰ ਹੈ ਜੀ ਆਪਣਾ ਹੈਗਾ ਐਕਸਿਸ ਬੈਂਕ। ਐਕਸਿਸ ਬੈਂਕ ਨੇ ਹੀ ਇਹ ਸਟਾਰਟ ਕੀਤਾ ਹੈਗਾ। ਇਹਦੇ ਤਹਿਤ ਕੀ ਹੋਊਗਾ? ਜੋਬ ਓਪਰਚੁਨਿਟੀਜ਼ ਕ੍ਰੀਏਟ ਕੀਤੀਆਂ ਜਾਣਗੀਆਂ। ਰਿਕਰੂਟਮੈਂਟ ਹੈ ਨਾ, ਭਰਤੀ ਹੈ, ਤਾਂ ਤੁਹਾਨੂੰ ਪਤਾ ਲੱਗ ਹੀ ਰਿਹਾ ਕਿ ਜੋਬਸ ਨਾਲ ਰਿਲੇਟਡ ਹੈ। ਜਿਹੜੇ ਸਕਿਲਡ ਲੋਕ ਨੇ ਉਹਨਾਂ ਨੂੰ ਜੋਬਸ ਆਫਰ ਕੀਤੀਆਂ ਜਾਣਗੀਆਂ। ਬਟ ਜਿਹੜੀਆਂ ਇਹ ਜੋਬਸ ਹੋਣਗੀਆਂ ਦੋ ਟਾਈਪ ਨਾਲ ਆਫਰ ਕੀਤੀਆਂ ਜਾਣਗੀਆਂ, ਫੁੱਲ ਟਾਈਮ ਜੋਬ ਅਤੇ ਪ੍ਰੋਜੈਕਟ ਬੇਸਡ ਜੋਬ, ਠੀਕ ਹੈ। ਜਿਹੜਾ ਜਿਸ ਦੇ ਲਈ ਵੀ ਸੁਟੇਬਲ ਹੋਊਗਾ ਉਹਨੂੰ ਉੱਥੇ ਰਿਕਰੂਟ ਕੀਤਾ ਜਾਊਗਾ। ਐਕਸਿਸ ਬੈਂਕ ਦੀ ਜੇ ਮੈਂ ਗੱਲ ਕਰਾਂ 1993 ਦੇ ਵਿੱਚ ਇਹ ਬਣਿਆ ਸੀਗਾ, ਮੁੰਬਈ 'ਚ ਇਹਦਾ ਹੈੱਡਕੁਆਟਰ ਹੈ। ਅਮਿਤਾਭ ਚੌਧਰੀ ਇਹਦੇ MD ਅਤੇ CEO ਨੇ। ਨੈਕਸਟ,
ਰੀਸੈਂਟਲੀ ਇੰਡੀਆਜ਼ ਲਾਰਜੈਸਟ ਰੇਲਵੇ ਰੂਪਵੇ ਇਨੈਗੋਰੇਟਡ ਕਿਹੜੀ ਸਟੇਟ ਦੇ ਵਿੱਚ ਕੀਤਾ ਗਿਆ, ਠੀਕ ਹੈ। ਇਹ ਯਾਦ ਰੱਖਣਾ ਤੁਸੀਂ, ਇੰਡੀਆ ਦਾ ਲਾਰਜੈਸਟ ਰੇਲਵੇ ਰੋਪਵੇ ਹੈ, ਠੀਕ ਹੈ, ਜਿੱਦਾਂ ਰੱਸੀਆਂ ਵਾਲਾ ਹੁੰਦਾ ਰੋਪ ਉਹਨੂੰ ਹੀ ਕਹਿੰਦੇ ਆ। ए ऑप्शन गुजरात, बी मेघालय, सी मिजोरम या फिर डी ਜਿਹੜਾ असम है। ਇਹਦਾ ਕਰੈਕਟ ਆਨਸਰ असम है जी। असम ਦੇ ਵਿੱਚ ਇਨੈਗੋਰੇਟ ਕੀਤਾ ਗਿਆ। ਲੈਂਥ ਇਹਦੀ ਹੈਗੀ 1.8 ਕਿਲੋਮੀਟਰ। ਬ੍ਰਹਮਪੁੱਤਰ ਨੀਵਰ ਦੇ ਉੱਤੇ ਜਿਹੜਾ ਇਹ ਕ੍ਰੀਏਟ ਕੀਤਾ ਜਾਊਗਾ। ਕੀ ਹੁੰਦਾ ਦੇਖੋ ਇਹ ਰੂਪਵੇ, ਉਲਝੋ ਨਾ। ਜਿਵੇਂ ਜਿਵੇਂ ਆਪਾਂ ਦੇਖਦੇ ਹੁੰਦੇ ਨਾ ਕਿ ਜੇ ਮੰਨ ਲਓ ਕਿ ਦੋ ਪਹਾੜੀਆਂ ਹੁੰਦੀਆਂ ਨੇ, ਉਹਦੇ ਉੱਤੇ ਰੱਸੀਆਂ ਦੀ ਜਿਹਨੂੰ ਆਪਾਂ ਉੱਡਣ ਖਟੋਲੇ ਜਿਹੇ ਨਹੀਂ ਕਹਿੰਦੇ ਹੁੰਦੇ, ਇੱਦਾਂ ਜਾਂਦੇ ਹੁੰਦੇ ਆ, ਉਸ ਟਾਈਪ ਦਾ ਹੀ ਹੈ ਕੁਛ ਇਹ, ਠੀਕ ਹੈ। ਅਗਲੀ ਨਿਊਜ਼ ਦੇ ਉੱਤੇ ਚੱਲਦੇ ਹਾਂ। ਗੈਸਟ੍ਰਿਕ ਕੈਂਸਰ ਨਾਮ ਦੀ ਜਿਹੜੀ ਬੁੱਕ ਹੈ ਇਹ ਲਾਂਚ ਕਿਹੜੇ ਯੂਨੀਅਨ ਮਿਨਿਸਟਰ ਨੇ ਕੀਤੀ ਹੈ? ਹਾਂਜੀ, ਜਤਿੰਦਰ ਸਿੰਘ, ਸਿਮਰਤੀ ਇਰਾਨੀ, ਗਜੇਂਦਰ ਸਿੰਘ ਸ਼ੇਖਾਵਤ ਜਾਂ ਫਿਰ ਨਰਿੰਦਰ ਮੋਦੀ। ਇਹਦਾ ਜਿਹੜਾ ਕਰੈਕਟ ਆਨਸਰ ਹੈਗਾ ਜੀ ਜਤਿੰਦਰ ਸਿੰਘ ਹੈ, ਠੀਕ ਹੈ। ਔਰ ਇਸ ਬੁੱਕ ਨੂੰ ਲਿਖਿਆ ਕਿਹਨੇ ਹੈ? ਡਾਕਟਰ ਅਸ਼ੋਕ ਵੈਦਿਆ, ਡਾਕਟਰ ਅਸ਼ੋਕ ਵੈਦਿਆ ਇੱਦਾਂ ਪਊਗਾ, ਠੀਕ ਹੈ। ਇਹਨਾਂ ਨੇ ਲਾਂਚ ਕੀਤਾ 2009 ਦੇ ਵਿੱਚ ਜਿਹੜਾ ਇਹਨਾਂ ਨੂੰ ਪਦਮ ਸ਼੍ਰੀ ਨਾਲ ਵੀ ਨਵਾਜਿਆ ਗਿਆ, ਠੀਕ ਹੈ। ਯਾਦ ਰੱਖਿਓ ਗੈਸਟ੍ਰਿਕ ਕੈਂਸਰ ਨਾਮ ਦੀ ਬੁੱਕ ਹੈ। ਇੱਕ ਬੁੱਕ ਇੱਥੇ ਤੁਹਾਨੂੰ ਹੋਰ ਕਰਾ ਦਿੰਦੀ ਹਾਂ, ਚੇਤਨ ਭਗਤ ਦੀ ਬੁੱਕ ਹੈ ਵਨ ਅਰੇਂਜਡ ਮਰਡਰ। ਵਨ ਅਰੇਂਜਡ ਮਰਡਰ ਕਿਹਦੀ ਹੈ? ਚੇਤਨ ਭਗਤ ਦੀ ਬੁੱਕ ਹੈ। ਇਹ ਵੀ ਤੁਸੀਂ ਯਾਦ ਰੱਖਣੀ ਹੈ। ਇਹਦਾ ਟ੍ਰੇਲਰ ਲਾਂਚ ਕੀਤਾ ਗਿਆ। ਲਾਸਟ ਕੁਐਸਚਨ ਦੇ ਉੱਤੇ ਚੱਲਦੇ ਹਾਂ ਜੀ ਆਪਾਂ। ਵਿਚ ਕੰਟਰੀ ਰੀਸੈਂਟਲੀ ਲਾਂਚਡ ਆਪਟੀਕਲ ਸੈਂਸਿੰਗ ਸੈਟੇਲਾਈਟ ਗੋਫਨ 905। ਇਹ ਕਿਹਨੇ ਲਾਂਚ ਕੀਤਾ? ਇੰਡੀਆ, ਪਾਕਿਸਤਾਨ, ਰਸ਼ੀਆ ਜਾਂ ਫਿਰ ਚਾਈਨਾ। ਇਹਦਾ ਕਰੈਕਟ ਆਨਸਰ ਹੈ ਚਾਈਨਾ ਨੇ ਇਹਨੂੰ ਲਾਂਚ ਕੀਤਾ, ਠੀਕ ਹੈ। ਇਹਦੇ ਲਈ ਜਿਹੜਾ ਰੋਕੇਟ ਹੈ ਜਿਹੜਾ ਇਹਦੇ ਲਈ ਉਹ ਕਿਹੜਾ ਹੈ? ਲੌਂਗ ਮਾਰਚ 21 ਇਹ ਰੋਕੇਟ ਹੈ, ਠੀਕ ਹੈ। ਇਹ ਧਿਆਨ 'ਚ ਰੱਖਿਓ। ਇਹ ਜਿਹੜੀ ਆਪਟੀਕਲ ਸੈਂਸਿੰਗ ਸੈਟੇਲਾਈਟ ਹੈ ਇਹਦਾ ਆਹ ਨਾਮ ਬਹੁਤ ਤਰੀਕੇ ਨਾਲ ਯਾਦ ਕਰ ਲਈ, ਗੋਫਨ 905, ਕਿਉਂਕਿ ਇਹ ਕੁਐਸਚਨ ਕਈ ਵਾਰ ਪੁੱਛ ਲੈਂਦੇ ਨੇ। ਅੱਛਾ, ਇਸ ਤੋਂ ਇਲਾਵਾ ਜਿੱਦਾਂ ਆਪਾਂ ਆਪਣੀ ਇੰਡੀਆ ਦੀ ਹੈਗੀ ਹੈ ਇਸਰੋ, ਹੈ ਨਾ, ਇਸਰੋ। ਨਾਸਾ ਆਪਾਂ ਕਹਿੰਦੇ ਹੁੰਦੇ ਹਾਂ ਕਿਹਦੀ? ਅਮੈਰੀਕਾ ਦੀ। ਉੱਦਾਂ ਹੀ ਜਿਹੜੀ ਇਹਦੀ ਸਪੇਸ ਏਜੰਸੀ ਹੈ CNSA ਹੈ, ਇਹਨੂੰ ਵੀ ਤੁਸੀਂ ਯਾਦ ਰੱਖਣਾ। ਜਾਪਾਨ ਦੀ ਜਾਕਸਾ ਹੁੰਦੀ ਹੈ, ਠੀਕ ਹੈ। ਇੰਨੀ ਕੁ ਇਨਫੋਰਮੇਸ਼ਨ ਇਹ ਤੋਂ ਤੁਸੀਂ ਯਾਦ ਰੱਖਿਓ। ਕਲੀਅਰ ਹੈ ਜੀ? ਹਾਂਜੀ, ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਮੈਨੂੰ ਪਤਾ ਹੈ ਇਸ ਵੀਡੀਓ ਦੀ ਲੈਂਥ ਥੋੜੀ ਜ਼ਿਆਦਾ ਹੋ ਗਈ ਹੈ, ਬਟ ਜਿਹੜੇ MCQs ਸੀਗੇ ਉਹ ਵੀ ਕਾਫੀ ਸਾਰੇ ਸੀਗੇ ਇਹਦੇ ਰਿਲੇਟਡ, ਤਾਂ ਸਾਰੇ ਕਵਰ ਵੀ ਕਰਾਣੇ ਸੀਗੇ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਕੇ ਜਾਈਓ ਕਿ ਕਲੀਅਰਲੀ ਸਮਝ ਆ ਗਏ ਸਾਰੇ MCQs, ਠੀਕ ਹੈ। ਅਤੇ ਉਸ ਤੋਂ ਬਾਅਦ ਦੇਖੋ ਨੈਕਸਟ ਤੋਂ ਆਪਾਂ 25 ਤੱਕ ਹੋ ਗਏ ਇਹ, 26 ਤੋਂ ਤੁਹਾਨੂੰ ਡੇਲੀ ਵਾਈਜ਼ ਕਰੰਟ ਅਫੇਅਰ ਦੀ ਵੀਡੀਓ ਮਿਲ ਜਾਇਆ ਕਰੂਗੀ, ਠੀਕ ਹੈ। ਤਾਂ ਉਸ ਚੀਜ਼ ਨੂੰ ਆਪਾਂ ਮੈਚ ਕਰਨਾ ਸੀਗਾ, ਤਾਂ ਹੀ ਕਰਕੇ ਇਹ ਮੈਂ ਇਕੱਠੇ ਇਨਕਲੂਡ ਕਰਤੇ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਡੋਂਟ ਵਰੀ, ਜਿੰਨੇ ਵੀ ਇਹਦੇ ਵਿੱਚ MCQs ਆਪਾਂ ਇਨਕਲੂਡ ਕੀਤੇ ਨੇ ਇਹ ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਲਿੰਕ ਕਰਕੇ ਪਿਛਲੀਆਂ ਵੀਡੀਓਜ਼ ਨਾਲ ਇਹਨਾਂ ਨੂੰ ਸਭ ਨੂੰ ਰਿਵਾਈਜ਼ ਕਰ ਲਾਂਗੇ। ਡੋਂਟ ਵਰੀ ਅਬਾਊਟ ਦੈਟ। ਅਨਅਕੈਡਮੀ ਦੇ ਲਾਈਵ ਕਲਾਸਿਸ ਹੁੰਦੀਆਂ ਨੇ ਫਨਕਾਰ ਸਰ ਦੀਆਂ ਜੀ, ਉਹ ਚੈੱਕਆਊਟ ਜ਼ਰੂਰ ਕਰ ਲਿਓ। ਡਿਸਕ੍ਰਿਪਸ਼ਨ ਬਾਕਸ ਇੱਕ ਵਾਰ ਵਿਜ਼ਿਟ ਕਰ ਲਿਓ, ਉਹਨਾਂ ਦਾ ਇਹ ਮੋਬਾਈਲ ਨੰਬਰ ਹੈਗਾ। ਮੋਬਾਈਲ ਨੰਬਰ 'ਤੇ ਆਪਣਾ ਕੋਈ ਡਾਊਟ ਵਗੈਰਾ ਤੁਸੀਂ ਕਲੀਅਰ ਕਰ ਸਕਦੇ ਹੋ। ਥੈਂਕ ਯੂ ਸੋ ਮੱਚ। ਮਿਲਦੇ ਹਾਂ ਨੈਕਸਟ ਵੀਡੀਓ 'ਚ।